ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋ ਤਾਰਾ ਪਰ ਪੁਨ ਪੁਨ ਸੀਸਾ ਦੀ ਪੁਨ ਪੁਨ ਸੀਸਾ। ਬੰਦੋ ਵਾਰ ਵਾਰ ਜਗਦੀਸਾ। ਵੱਡੋ ਪ੍ਰਸ਼ਨ ਕਾਜੀ ਕੋ ਸੁਨ ਕੈ ਪੁੱਤਰ ਦੀਨ ਸੁਮਤ ਤੇ ਭਨਕੈ। ਸੁਨ ਕਾਜੀ ਬੜ ਬੁੱਧ ਵਿਚਾਰੀ ਅਹ ਜਥਾਵਤ ਤਥਾ ਉਚਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਮਹਾਰਾਜ ਜੀਆਂ ਨੇ ਸਤ ਸੰਗਤ ਦੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਇੱਕ ਸਲਾਰਦੀਨ ਨਾਮ ਦਾ ਕਾਜੀ ਆਇਆ। ਕਾਜੀ ਦਾ ਨਾਮ ਹੈ ਸਲਾਰਦੀਨ। ਇਹਨੇ ਆ ਕੇ ਕੀ ਵੇਖਦਾ ਹੈ ਕਿ ਸੰਗਤਾਂ ਮੱਥਾ ਟੇਕਦੀਆਂ ਔਰ ਅਰਦਾਸ ਕਰਦੀਆਂ ਮਹਾਰਾਜ ਦੇ ਸਾਹਮਣੇ। ਕਾਜੀ ਨੇ ਉੱਠ ਕੇ ਮਹਾਰਾਜ ਨੂੰ ਸਵਾਲ ਕੀਤਾ, ਕਹਿਣ ਲੱਗਾ ਸਤਿਗੁਰੂ ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਨੇ ਕਿ ਬੰਦੇ ਦੇ ਜੋ ਕਰਮਾਂ ਵਿੱਚ ਲਿਖਿਆ ਹੋਵੇ ਉਹ ਮਿਲਦਾ ਹੈ। ਜੇ ਕਰਮਾਂ 'ਚ ਲਿਖਿਆ ਮਿਲਣਾ ਹੈ ਫਿਰ ਤੁਹਾਡੇ ਅੱਗੇ ਲੋਕ ਅਰਦਾਸਾਂ ਕਿਉਂ ਕਰਦੇ? ਤੇ ਤੁਸੀਂ ਕਿਉਂ ਕਹਿੰਦੇ ਹੋ ਵੀ ਸਿੱਖਾ ਤੇਰਾ ਇਹ ਕਾਰਜ ਹੋ ਜਾਏਗਾ? ਇਹ ਤੁਸੀਂ ਝੂਠਾ ਆਸ਼ਵਾਸਨ ਭਰੋਸਾ ਕਿਉਂ ਦਿੰਦੇ ਹੋ? ਮਹਾਰਾਜ ਦੋਨੇ ਗੱਲਾਂ ਤੇ ਸੱਚੀਆਂ ਹੋ ਨਹੀਂ ਸਕਦੀਆਂ। ਧਾਰਮਿਕ ਗ੍ਰੰਥ ਝੂਠਾ ਨਹੀਂ ਹੋ ਸਕਦਾ। ਕਿਰਪਾ ਕਰਕੇ ਦੱਸੋ। ਇਸ ਕਾਜੀ ਨੇ ਸਵਾਲ ਕੀਤਾ। ਮਹਾਰਾਜ ਕੀ ਉੱਤਰ ਦੇਣਗੇ ਅੱਜ ਆਪਾਂ ਸਰਵਨ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਭੋਗਤ ਸਰਬ ਜੀਵ ਸਦ ਤੈਸੇ। ਇਹ ਕਹਿ ਰਿਹਾ ਹੈ ਕਾਜੀ ਕਹਿੰਦਾ ਵੀ ਇਸਲਾਮ ਧਰਮ ਦਾ ਜਿਹੜਾ ਗ੍ਰੰਥ ਹੈ ਨਾ ਕੁਰਾਨ, ਉਹਦੇ ਵਿੱਚ ਲਿਖਿਆ ਹੈ ਕਿ ਜੋ ਮਨੁੱਖ ਆਪਣੇ ਕਰਮਾਂ ਨੂੰ ਭੋਗਦਾ ਹੈ। ਮਹਾਰਾਜ ਕੱਲਾ ਇਸਲਾਮ ਦਾ ਗ੍ਰੰਥ ਨਹੀਂ ਕਹਿੰਦਾ, ਹਿੰਦੂ ਮਤ ਦੇ ਗ੍ਰੰਥ ਵੀ ਇਹ ਗੱਲ ਕਹਿੰਦੇ ਨੇ ਕਿ ਮਨੁੱਖ ਆਪਣੇ ਕਰਮਾਂ ਨੂੰ ਭੋਗਦਾ ਹੈ। ਤੇ ਸਤਿਗੁਰੂ ਹੁਣ ਸਾਰਿਆਂ ਧਰਮਾਂ ਦੇ ਗ੍ਰੰਥ ਝੂਠੇ ਤੇ ਨਹੀਂ ਨਾ ਹੋ ਸਕਦੇ। ਇਸ ਕਰਕੇ ਜਿੰਨੇ ਵੀ ਜੀਵ ਨੇ, ਚਲੋ ਮਨੁੱਖ ਦੇ ਕੋਲ ਤੇ ਇਹ ਹੈ ਵੀ ਮਨੁੱਖ ਗੁਰੂ ਕੋਲ ਆਏਗਾ, ਕਿਸੇ ਮੰਦਰ ਮਸਜਿਦ ਚਲਾ ਜਾਏਗਾ, ਉੱਥੇ ਜਾ ਕੇ ਅਰਦਾਸ ਕਰਵਾ ਲਵੇਗਾ। ਜਿਹੜੇ ਪਸ਼ੂ ਪੰਛੀ ਨੇ ਉਹ ਕਿੱਥੇ ਜਾਂਦੇ ਨੇ, ਕਿਹੜੇ ਧਾਰਮਿਕ ਸਥਾਨ ਤੇ ਜਾਂਦੇ ਨੇ, ਕਿੱਥੇ ਉਹ ਅਰਦਾਸਾਂ ਕਰਦੇ ਕਰਵਾਉਂਦੇ, ਤੇ ਮਿਲਦਾ ਤੇ ਉਹਨਾਂ ਨੂੰ ਵੀ ਉਹਨਾਂ ਦੇ ਕਰਮਾਂ ਦੇ ਮੁਤਾਬਕ। ਸਤਿਗੁਰੂ ਜੀ ਇਹ ਕਿਰਪਾ ਕਰਕੇ ਦੱਸੋ ਕਿ ਮਨੁੱਖ ਦੇ ਜੋ ਮੱਥੇ ਤੇ ਲਿਖਿਆ ਹੈ ਉਹ ਜੀਵ ਨੂੰ ਭੋਗਣਾ ਪੈਂਦਾ ਹੈ। ਜਦੋਂ ਮੱਥੇ ਦਾ ਲਿਖਿਆ ਲੇਖ ਹੀ ਭੋਗਣਾ ਹੈ, ਫਿਰ ਅਰਦਾਸ ਕਾਹਦੀ ਕਰਨੀ ਹੈ ਤੇ ਫਿਰ ਮੱਥਾ ਕਾਹਦਾ ਟੇਕਣਾ ਹੈ, ਇਹ ਦੱਸਣਾ ਕਰੋ। ਇਸਕੋ ਮੇਟ ਸਕੈ ਕੋ ਕੈਸੇ। ਕਿਉਂਕਿ ਧਾਰਮਿਕ ਗ੍ਰੰਥ ਕੁਰਾਨ ਪੁਰਾਨ ਇਹ ਗੱਲ ਕਹਿੰਦਾ ਹੈ ਕਿ ਪਰਮਾਤਮਾ ਦੇ ਵੱਲੋਂ ਲਿਖਿਆ ਹੋਇਆ ਕਰਮ ਕਦੇ ਮਿਟਿਆ ਨਹੀਂ ਜਾ ਸਕਦਾ ਹੈ। ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੈ ਕਿ ਜਿਹੜਾ ਕਰਤਾਰ ਪਰਮੇਸ਼ਰ ਨੇ ਲੇਖ ਲਿਖ ਦਿੱਤਾ, ਦੁਨੀਆ ਦੀ ਕੋਈ ਤਾਕਤ ਉਹਨੂੰ ਮੇਟ ਨਹੀਂ ਸਕਦੀ ਹੈ। ਬੜਿਆਂ ਨੇ ਯਤਨ ਵੀ ਕੀਤਾ। ਇੱਕ ਸਾਖੀ ਆਉਂਦੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਵੀ ਇਹ ਗੱਲ ਬਚਨ ਕਰਦੀ ਹੈ। ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਕਰਮਾਂ ਦਾ ਲਿਖਿਆ ਲੇਖ ਮਿਟਿਆ ਨਹੀਂ ਜਾ ਸਕਦਾ ਹੈ। ਸਾਖੀ ਬੜੀ ਲੰਮੀ ਹੈ, ਆਪਾਂ ਉਹ ਸਰਵਨ ਨਹੀਂ ਕਰਾਂਗੇ, ਸਮਾਂ ਸੀਮਤ ਹੁੰਦਾ ਹੈ। ਪਰ ਬਚਨ ਇਹ ਹੈ ਵੀ ਇਹ ਜੋ ਲਿਖਿਆ ਹੈ ਕਰਮਾਂ ਦਾ ਉਹ ਭੋਗਣਾ ਪੈਂਦਾ ਹੈ। ਖੁਸ਼ੀ ਹੋਏ ਕਰ ਬਿਤ ਸੁਤ ਦੇਤ। ਤੇ ਸਤਿਗੁਰੂ ਪਾਤਸ਼ਾਹ ਤੁਸੀਂ ਇੱਥੇ ਬੈਠੇ ਹੋ ਤਖਤ ਤੇ, ਦੁਨੀਆ ਮੱਥਾ ਟੇਕਦੀ ਹੈ, ਤੁਸੀਂ ਕਿਸੇ ਨੂੰ ਆਖਦੇ ਹੋ ਵੀ ਜਾ ਤੈਨੂੰ ਪੁੱਤਰ ਦਿੱਤਾ, ਕਿਸੇ ਨੂੰ ਆਖਦੇ ਹੋ ਵੀ ਜਾ ਤੈਨੂੰ ਧਨ ਦਿੱਤਾ, ਕਿਸੇ ਨੂੰ ਆਖਦੇ ਹੋ ਜਾ ਤੈਨੂੰ ਨੌਕਰੀ ਦਿੱਤੀ। ਮਹਾਰਾਜ ਜੇ ਮਿਲਣਾ ਕਰਮਾਂ ਦਾ ਲਿਖਿਆ ਹੈ, ਹੋ ਸਕਦਾ ਜਿਹਨੂੰ ਤੁਸੀਂ ਕਹਿੰਦੇ ਪਏ ਹੋ ਵੀ ਤੈਨੂੰ ਨੌਕਰੀ ਮਿਲੇ, ਹੋ ਸਕਦਾ ਉਹਦੇ ਕਰਮਾਂ 'ਚ ਨਾਂ ਲਿਖਿਆ ਹੋਵੇ ਤੇ ਮਿਲੇਗੀ ਕਿਵੇਂ। ਤੁਸੀਂ ਆਖਦੇ ਹੋ ਪੁੱਤਰ ਤੈਨੂੰ ਮਿਲੇਗਾ, ਹੋ ਸਕਦਾ ਕਰਮਾਂ 'ਚ ਨਾਂ ਲਿਖਿਆ ਹੋਵੇ ਤੇ ਮਿਲੇਗਾ ਕਿਵੇਂ। ਮਹਾਰਾਜ ਦੁਨੀਆ ਨੂੰ ਬੜੀ ਖੁਸ਼ੀ ਦਿੰਦੇ ਹੋ, ਬੜੇ ਆਸ਼ਵਾਸਨ ਦਿੰਦੇ ਹੋ, ਭਰੋਸਾ ਤੇ ਬੜਾ ਦਿੰਦੇ ਹੋ, ਪਰ ਕੀ ਪਤਾ ਵੀ ਇਹ ਤੁਹਾਡੇ ਬਚਨ ਪੂਰੇ ਹੁੰਦੇ ਜਾਂ ਨਹੀਂ ਹੁੰਦੇ ਹਨ। ਐਸੋ ਝੂਠ ਕਹਿਨ ਕਿਸ ਹੇਤ। ਮਹਾਰਾਜ ਫਿਰ ਇਸ ਤਰ੍ਹਾਂ ਦਾ ਝੂਠਾ ਬਚਨ ਕਿਸ ਵਾਸਤੇ ਕਹਿਣਾ ਹੈ, ਕਿਉਂ ਕਹਿਣਾ ਹੈ। ਜਦੋਂ ਮਿਲਣਾ ਕਰਮਾਂ ਦੇ ਮੁਤਾਬਕ ਹੈ ਤੇ ਫਿਰ ਕਿਉਂ ਕਹਿਣਾ ਹੈ ਵੀ ਤੈਨੂੰ ਆਹ ਕੁਝ ਮਿਲੇ, ਆਹ ਕੁਝ ਮਿਲੇ। ਮਹਾਰਾਜ ਬਚਨ ਤੇ ਫਿਰ ਝੂਠਾ ਹੋਇਆ ਨਾ, ਝੂਠਾ ਹੀ ਬਚਨ ਹੋਇਆ ਨਾ। ਜਦੋਂ ਮਿਲਣਾ ਕਰਮਾਂ ਦਾ, ਫਿਰ ਗੁਰੂ ਕਹਿ ਦੇਵੇ ਵੀ ਤੈਨੂੰ ਸਭ ਕੁਝ ਮਿਲੇਗਾ, ਫਿਰ ਮਹਾਰਾਜ ਤੁਸੀਂ ਸੰਗਤ ਨਾਲ ਝੂਠ ਬੋਲਦੇ ਹੋ ਨਾ। ਇਹ ਸਲਾਰਦੀਨ ਕਾਜੀ ਮਹਾਰਾਜ ਦੇ ਅੱਗੇ ਸਵਾਲ ਕਰਦਾ ਹੈ। ਵੱਡੋ ਪ੍ਰਸ਼ਨ ਕਾਜੀ ਕੋ ਸੁਣ ਕੇ। ਮਹਾਰਾਜ ਨੇ ਸੁਣਿਆ ਬਚਨ ਵੀ ਕਾਜੀ ਦਾ ਪ੍ਰਸ਼ਨ ਬੜਾ ਵੱਡਾ ਹੈ, ਕਿਉਂਕਿ ਧਾਰਮਿਕ ਵਿਅਕਤੀ ਜਦੋਂ ਕਿਸੇ ਚੀਜ਼ ਦੇ ਉੱਪਰ ਬਹਿਸ ਕਰੇਗਾ ਨਾ, ਸਵਾਲ ਕਰੇਗਾ, ਉਹਦੀ ਗੱਲ ਬੜੀ ਡੂੰਘਾਈ ਵਾਲੀ ਹੋਵੇਗੀ, ਨਿੱਕੀ ਨਹੀਂ ਹੋਵੇਗੀ। ਹੁਣ ਕਾਜੀ ਇੱਕ ਧਾਰਮਿਕ ਨੁਮਾਇੰਦਾ ਹੈ, ਇਸਲਾਮ ਧਰਮ ਦਾ ਇੱਕ ਧਾਰਮਿਕ ਵਿਅਕਤੀ ਹੈ, ਇਹਦਾ ਸਵਾਲ ਨਿੱਕਾ ਤੇ ਨਹੀਂ ਨਾ ਹੋਵੇਗਾ, ਵੱਡਾ ਸਵਾਲ ਹੈ। ਮਹਾਰਾਜ ਜੀ ਨੇ ਜਿਸ ਵੇਲੇ ਸੁਣਿਆ ਹੈ, ਉੱਤਰ ਦੀਨ ਸੁਮਤ ਤੇ ਭਨਕੈ। ਸਤਿਗੁਰੂ ਜੀ ਇਸ ਨੂੰ ਸ੍ਰੇਸ਼ਟ ਮਤ ਦੇਣ ਵਾਸਤੇ ਉੱਤਰ ਦੇਣ ਲੱਗੇ। ਕਾਜੀ ਦਾ ਸਵਾਲ ਇਹ ਹੈ, ਮਿਲਦਾ ਕਰਮਾਂ ਦਾ ਹੈ, ਫਿਰ ਤੁਹਾਡੇ ਅੱਗੇ ਅਰਦਾਸਾਂ ਕਿਉਂ ਕਰਦੇ ਸਿੱਖ, ਔਰ ਤੁਸੀਂ ਕਿਉਂ ਕਹਿੰਦੇ ਹੋ ਸਿੱਖਾ ਇਹ ਤੇਰਾ ਕੰਮ ਬਣੇਗਾ। ਇਹ ਗੱਲ ਸੁਣ ਕੇ ਤੇ ਫਿਰ ਸਤਿਗੁਰੂ ਕਹਿੰਦੇ ਲੈ ਕਾਜੀ ਤੈਨੂੰ ਉੱਤਰ ਦਿੰਦੇ ਹਾਂ। ਸੁਨ ਕਾਜੀ ਵੱਡ ਬੁੱਧ ਵਿਚਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆ ਕਾਜੀ ਤੂੰ ਬੜੀ ਸ੍ਰੇਸ਼ਟ ਮਤ ਵਾਲਾ ਹੈ, ਬੜਾ ਸਿਆਣਾ ਹੈ, ਬੜੀ ਚੰਗੀ ਗੱਲ ਕੀਤੀ ਹੈ, ਤੇਰਾ ਬੜਾ ਚੰਗਾ ਸਵਾਲ ਹੈ ਜਥਾਵਤ ਤਥਾ ਉਚਾਰੇ। ਜਿਵੇਂ ਤੂੰ ਆਖਿਆ ਹੈ ਨਾ ਵੀ ਮਨੁੱਖ ਨੂੰ ਕਰਮਾਂ ਦੇ ਮੁਤਾਬਕ ਮਿਲਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਹੈ, ਮਿਲਦਾ ਤੇ ਕਰਮਾਂ ਦੇ ਮੁਤਾਬਕ ਹੀ ਹੈ। ਕਾਜੀ ਕਹਿਣ ਲੱਗਾ ਮਿਲਦਾ ਕਰਮਾਂ ਦੇ ਮੁਤਾਬਕ ਹੈ। ਸਤਿਗੁਰੂ ਵੀ ਕਹਿਣ ਲੱਗੇ ਵੀ ਹਾਂ ਜਿਵੇਂ ਤੂੰ ਆਖਿਆ ਕਰਮਾਂ ਨੂੰ ਮਿਟਿਆ ਨਹੀਂ ਜਾਂਦਾ, ਮਿਲਦਾ ਕਰਮਾਂ ਦੇ ਮੁਤਾਬਕ ਹੈ।
ਜੋ ਤੂੰ ਕਹਿੰਦਾ ਹੈ ਬਿਲਕੁਲ ਠੀਕ ਹੈ। ਤਉ ਜਨਨ ਕੋ ਜਿਮ ਹਮ ਦੇਤ। ਤਾਂ ਵੀ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਵੀ ਜੋ ਲੋਕਾਂ ਨੂੰ ਅਸੀਂ ਦਿੰਦੇ ਆ ਨਾ, ਤੂੰ ਸਵਾਲ ਇਹ ਕੀਤਾ ਵੀ ਜੇ ਮਿਲਦਾ ਕਰਮਾਂ ਦੇ ਮੁਤਾਬਕ ਹੈ ਤੇ ਅਰਦਾਸ ਕਿਉਂ ਹੁੰਦੀ ਹੈ। ਤੇਰੇ ਸਵਾਲ ਦਾ ਜਵਾਬ ਇਹ ਹੈ, ਜਦੋਂ ਲੋਕ ਅਰਦਾਸ ਕਰਦੇ ਨੇ, ਜੋ ਅਸੀਂ ਲੋਕਾਂ ਨੂੰ ਪਦਾਰਥ ਦਿੰਦੇ, ਵਸਤੂਆਂ ਦਿੰਦੇ ਹਾਂ, ਤਿਸ ਗਤ ਕੋ ਅਵਲੋਕਹੁ ਹੇਤ। ਮਹਾਰਾਜ ਕਹਿਣ ਲੱਗੇ ਵੀ ਉਹਦਾ ਕਾਰਨ ਫਿਰ ਤੂੰ ਵੇਖ, ਤੈਨੂੰ ਅਸੀਂ ਚੰਗੀ ਤਰ੍ਹਾਂ ਸਮਝਾ ਦਿੰਦੇ ਹਾਂ ਵੀ ਉਹਦੇ ਪਿੱਛੇ ਇੱਕ ਕਾਰਨ ਹੈ, ਉਹ ਕਾਰਨ ਤੈਨੂੰ ਦੱਸ ਦਿੰਦੇ ਹਾਂ। ਇਮ ਕਹਿ ਕਰ ਕਾਗਦ ਮਸ ਲੈ ਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਬਚਨ ਕਹਿ ਕੇ ਤੇ ਕਾਜੀ ਨੂੰ ਕੋਲ ਬਿਠਾ ਲਿਆ। ਇਹਨੇ ਚਿਰ ਨੂੰ ਮਹਾਰਾਜ ਦਾ ਸਿੱਖ ਬੈਠਾ, ਲਿਖਤ ਪੜਤ ਕਰਨ ਵਾਲਾ। ਸਤਿਗੁਰੂ ਕਹਿਣ ਲੱਗੇ ਜਾਓ ਫਿਰ ਇੱਕ ਸਿਆਹੀ ਤੇ ਇੱਕ ਕਾਗਜ਼ ਲੈ ਕੇ ਆਓ। ਮਹਾਰਾਜ ਜੀਆਂ ਨੇ ਕਾਗਜ਼ ਤੇ ਸਿਆਹੀ ਆਪਣੇ ਕੋਲ ਮੰਗਵਾਈ ਹੈ। ਪੂਰਬ ਮੋਹਰ ਦਿਖਾਵਨ ਕਹਿ ਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਭ ਤੋਂ ਪਹਿਲਾਂ ਉਹ ਜਿਹੜੀ ਮੋਹਰ ਹੈ ਨਾ, ਉਹ ਕਾਜੀ ਨੂੰ ਦਿਖਾਈ। ਕਹਿਣ ਲੱਗੇ ਕਾਜੀ ਆਹ ਦੇਖ ਮੋਹਰ ਹੈ। ਕਹਿਣ ਲੱਗਾ ਹਾਂ ਮਹਾਰਾਜ ਦੇਖੀ ਹੈ। ਸਤਿਗੁਰੂ ਕਹਿੰਦੇ ਵੇਖ ਇਸ ਮੋਹਰ ਦੇ ਥੱਲੇ ਕੀ ਲਿਖਿਆ ਹੈ। ਕਾਜੀ ਨੇ ਪੜ੍ਹਿਆ, ਬੜੀ ਬਰੀਕੀ ਦੇ ਨਾਲ ਅੱਖਰ ਵੇਖੇ। ਵੇਖਣ ਤੋਂ ਮਗਰੋਂ ਸਮਝ ਨਹੀਂ ਆਈ ਹੈ। ਵਰਨ ਅਪੂਠੇ ਇਸ ਪਰ ਅਹੈ। ਕਾਜੀ ਨੇ ਆਖਿਆ, ਕਹਿਣ ਲੱਗਾ ਮਹਾਰਾਜ ਕੀ ਵੇਖਾਂ, ਕੀ ਪੜਾਂ। ਇਹ ਤੇ ਮੋਹਰ ਦੇ ਅੱਖਰ ਹੀ ਉਲਟੇ ਨੇ। ਮੋਹਰ ਜਿਹੜੀ ਮੋਹਰ ਲੱਗਦੀ ਹੈ ਨਾ ਕਾਗਜ਼ ਦੇ ਉੱਪਰ, ਉਹਦੇ ਅੱਖਰ ਉਲਟੇ ਹੁੰਦੇ। ਮਹਾਰਾਜ ਇਹਦੇ ਤੇ ਅੱਖਰ ਹੀ ਉਲਟੇ ਨੇ, ਹੋਰ ਪਾਸੇ ਨੂੰ ਚੱਲਦੇ ਪਏ। ਇਹ ਤੇ ਸਮਝ ਹੀ ਨਹੀਂ ਆਉਂਦਾ ਵੀ ਲਿਖਿਆ ਕੀ ਹੈ। ਕਾਜੀ ਕਹਿੰਦਾ ਮਹਾਰਾਜ ਮੈਂ ਮੋਹਰ ਦੇ ਅੱਖਰ ਪੜ੍ਹ ਨਹੀਂ ਸਕਦਾ ਹਾਂ। ਇਨ ਤੇ ਕਾਜ ਸਰਤ ਨਹਿ ਲਹੈ। ਤੇ ਮਹਾਰਾਜ ਇਹ ਮੇਰਾ ਕੰਮ ਸਰੇਗਾ ਨਹੀਂ, ਵੀ ਇਹ ਮੇਰੇ ਕੋਲੋਂ ਪੜ੍ਹੇ ਨਹੀਂ ਜਾਣਗੇ। ਇਹ ਅੱਖਰ ਜਿਹੜਾ ਤੁਸੀਂ ਮੈਨੂੰ ਸਵਾਲ ਕਰ ਦਿੱਤਾ, ਇਹ ਜਿਹੜਾ ਸਵਾਲ ਹੈ ਇਹ ਮੇਰੇ ਕੋਲੋਂ ਹੱਲ ਨਹੀਂ ਹੋਣਾ ਹੈ। ਉਨ ਕਾਗਦ ਪਰ ਦਈ ਲਗਾਏ। ਜਦੋਂ ਕਾਜੀ ਨੇ ਆਖਿਆ ਨਾ ਵੀ ਮਹਾਰਾਜ ਨਹੀਂ ਪੜ੍ਹਿਆ ਜਾਂਦਾ, ਤੇ ਸਤਿਗੁਰਾਂ ਨੇ ਪੈੜ ਦੇ ਉੱਪਰ ਲਾ ਕੇ ਉਹ ਮੋਹਰ ਤੇ ਮੁੜ ਕੇ ਕਾਗਜ਼ ਦੇ ਉੱਪਰ ਠੱਪਾ ਲਾਇਆ। ਤੇ ਜਿਸ ਵੇਲੇ ਲਾਇਆ ਹੈ, ਭਏ ਵਰਨ ਸੂਦੇ ਇਸ ਭਾਏ। ਉਹ ਜਿਹੜੇ ਪੁੱਠੇ ਅੱਖਰ ਸਨ ਉਹ ਸਾਰੇ ਸਿੱਧੇ ਹੋ ਗਏ। ਹੁਣ ਮੋਹਰ ਤੇ ਪੁੱਠੇ ਲਿਖੇ ਨੇ, ਕਾਗਜ਼ ਤੇ ਲੱਗੇ ਉਹ ਸਿੱਧੇ ਹੋ ਗਏ। ਅੱਖਰ ਉਹੀ ਨੇ, ਮੋਹਰ ਤੇ ਪੁੱਠੇ ਨੇ, ਕਾਗਜ਼ ਤੇ ਸਿੱਧੇ ਨੇ। ਜਿਸ ਵੇਲੇ ਕਾਗਜ਼ ਦੇ ਉੱਪਰ ਉਹ ਮੋਹਰ ਲੱਗੀ ਹੈ, ਸੁਨ ਕਾਜੀ ਨਰ ਜਨਮੈ ਜਵੈ। ਮਹਾਰਾਜ ਕਹਿਣ ਲੱਗੇ ਵੀ ਹੁਣ ਕਾਜੀ ਸਾਹਿਬ ਦੇਖੋ ਕਾਗਜ਼ ਤੇ ਕੀ ਲਿਖਿਆ, ਪੜ੍ਹਿਆ ਜਾਂਦਾ। ਉਹਨੇ ਝਾਟੀ ਪੜ੍ਹ ਦਿੱਤਾ ਵੀ ਮੋਹਰ ਤੇ ਆਹ ਲਿਖਿਆ ਹੈ। ਇਹ ਜਿਹੜੀ ਮੋਹਰ ਕਾਗਜ਼ ਤੇ ਲੱਗੀ ਹੈ ਇਹਦੇ ਥੱਲੇ ਇਹ ਕੁਝ ਲਿਖਿਆ ਹੋਇਆ। ਸਤਿਗੁਰੂ ਕਹਿਣ ਲੱਗੇ ਜੋ ਕਾਗਜ਼ ਤੇ ਲਿਖਿਆ ਨਾ ਇਹੋ ਹੀ ਮੋਹਰ ਦੇ ਵਿੱਚ ਲਿਖਿਆ, ਪਰ ਤੂੰ ਪੜ੍ਹਿਆ ਕਿਉਂ ਨਹੀਂ। ਕਹਿਣ ਲੱਗਾ ਮਹਾਰਾਜ ਉੱਥੇ ਅੱਖਰ ਉਲਟ ਲਿਖੇ ਸਨ, ਪੁੱਠੇ ਅੱਖਰ ਸਨ। ਉਲਟ ਅੱਖਰ ਹੋਣ ਕਰਕੇ ਪੜ੍ਹੇ ਨਹੀਂ ਗਏ। ਕਾਗਜ਼ ਤੇ ਮੋਹਰ ਲਾਈ ਹੈ, ਸਿੱਧੇ ਹੋ ਗਿਆ ਤੇ ਮੈਂ ਝੱਟ ਪੜ੍ਹ ਲੈ। ਮਹਾਰਾਜ ਇਹ ਗੱਲ ਸੁਣ ਕੇ ਕਹਿਣ ਲੱਗੇ ਕਾਜੀ ਫਿਰ ਤੇਰਾ ਸਵਾਲ ਇਹਦੇ ਵਿੱਚ ਹੀ ਤੇਰਾ ਜਵਾਬ ਹੈ। ਜਦੋਂ ਕੋਈ ਵੀ ਜੀਵ ਦੁਨੀਆ ਤੇ ਜਨਮ ਲੈਂਦਾ ਹੈ, ਜਦੋਂ ਜਨਮ ਹੁੰਦਾ ਹੈ, ਪ੍ਰਥਮ ਕਰਮ ਅਨੁਸਾਰੀ ਤਵੈ। ਤੇ ਪਹਿਲਾਂ ਉਹ ਮਨੁੱਖ ਕਰਮਾਂ ਦੇ ਅਨੁਸਾਰੀ ਹੀ ਚੱਲਦਾ ਹੈ। ਜਦੋਂ ਕਿਸੇ ਵੀ ਜੀਵ ਦਾ ਜਨਮ ਹੁੰਦਾ ਨਾ, ਜਾਂ ਮਨੁੱਖ ਦਾ ਜਨਮ ਹੁੰਦਾ, ਉਹਨੂੰ ਦੁੱਖ ਸੁੱਖ ਬਿਮਾਰੀ ਖੁਸ਼ੀ ਗਮੀ ਜੋ ਵੀ ਹੈ ਉਹ ਸਾਰਿਆਂ ਤੋਂ ਪਹਿਲਾਂ ਕਰਮਾਂ ਦੇ ਮੁਤਾਬਕ ਹੀ ਮਿਲਦੇ ਨੇ। ਜੋ ਕਰਮਾਂ 'ਚ ਲਿਖਿਆ ਹੋਇਆ ਉਹ ਮਿਲਦਾ ਹੈ। ਹੋਨਹਾਰ ਸਿਰ ਲਿਖੀ ਸੋ ਜਾਏ। ਕਿਉਂਕਿ ਪ੍ਰਮਾਤਮਾ ਨੇ ਜੋ ਹੋਣਾ ਹੈ ਉਹ ਸਾਰਿਆਂ ਦੇ ਮੱਥੇ ਤੇ ਲਿਖਿਆ ਹੋਇਆ। ਕੋਈ ਵੀ ਹੈ ਨਾ ਜੋ ਸਾਨੂੰ ਆਉਣ ਵਾਲੇ ਸਮੇਂ ਵਿੱਚ ਮਿਲਣਾ ਹੈ, ਸਭ ਦੇ ਮੱਥੇ ਤੇ ਲਿਖਿਆ ਹੈ। ਪੁੱਠੇ ਵਰਣ ਮੋਹਰ ਜਿਸ ਭਾਏ। ਜਿਵੇਂ ਇਹ ਮੋਹਰ ਦੇ ਅੱਖਰ ਪੁੱਠੇ ਨੇ, ਇਸ ਤਰ੍ਹਾਂ ਜਿਨ੍ਹਾਂ ਦੇ ਕਰਮ ਪੁੱਠੇ ਮੋਹਰ ਤੇ ਲੱਗੇ, ਮੱਥੇ ਤੇ ਲੱਗੇ ਹੋਏ ਹਨ। ਜਬ ਹੈ ਲਗਾਵਣ ਹਾਰ ਲਗਾਵੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਲਾਉਣ ਵਾਲਾ ਉਹ ਮੋਹਰ ਕਾਗਜ਼ ਦੇ ਉੱਪਰ ਲਾਉਂਦਾ ਹੈ, ਓਏ ਸੂਦੇ ਤਵ ਨੰਬਰ ਟਿਕਾਵੇ। ਤੇ ਕਹਿਣ ਲੱਗੇ ਵੀ ਉਸ ਵੇਲੇ ਅੱਖਰ ਉਹ ਸਿੱਧੇ ਹੋ ਜਾਂਦੇ। ਤੇ ਕਹਿਣ ਲੱਗੇ ਜਦੋਂ ਅੱਖਰ ਸਿੱਧੇ ਹੁੰਦੇ ਤੇ ਫਿਰ ਮੋਹਰ ਜਿਹੜੀ ਹੈ ਉਸ ਨੂੰ ਨੀਵੀਂ ਕਰਕੇ ਟਿਕਾਉਂਦਾ ਹੈ। ਜਦੋਂ ਮੋਹਰ ਨੀਵੀਂ ਕਰਕੇ ਕਾਗਜ਼ ਤੇ ਲਾਉਂਦਾ, ਪੁੱਠੇ ਅੱਖਰ ਮੋਹਰ ਦੇ ਸਿੱਧੇ ਹੋ ਜਾਂਦੇ ਹਨ। ਇਸ ਪ੍ਰਕਾਰ ਕਰਮਨ ਫਲ ਦਾਤਾ। ਇਸ ਤਰ੍ਹਾਂ ਜਿਹੜਾ ਈਸ਼ਵਰ ਹੈ ਨਾ ਭਾਈ ਪਰਮੇਸ਼ਰ, ਉਹ ਸਾਰੇ ਜੀਵਾਂ ਦੇ ਮੱਥੇ ਦੇ ਉੱਪਰ ਕਰਮਾਂ ਦੀ ਮੋਹਰ ਲਾਉਂਦਾ ਹੈ।
ਸਾਰਿਆਂ ਨੂੰ ਉਹ ਆਪੋ ਆਪਣੇ ਕਰਮ ਬਖਸ਼ਿਸ਼ ਕਰਦਾ ਹੈ। ਮਸਤਕ ਪਰ ਲਿਖ ਲੇਖ ਵਿਧਾਤਾ, ਕਿਉਂਕਿ ਉਹ ਜਿਹੜਾ ਵਿਧਾਤਾ ਹੈ ਨਾ, ਫਲ ਵਰਦਾਤਾ ਪਰਮੇਸ਼ਰ ਸਾਰਿਆਂ ਦੇ ਲੇਖ ਮੱਥੇ ਤੇ ਲਿਖ ਦਿੰਦਾ ਹੈ। ਤਬੈ ਕਹ ਹੈ ਇਹ ਮਨੁੱਖ ਜੋਏ। ਪਰ ਮਹਾਰਾਜ ਕਹਿਣ ਲੱਗੇ ਫਿਰ ਵੀ ਇਹ ਜਿਹੜੇ ਮਨੁੱਖ ਨੇ ਸੰਸਾਰ ਦੇ ਜਿੰਨੇ ਬੰਦੇ ਪੈਦਾ ਕੀਤੇ ਹਨ, ਗੁਰੂ ਪੀਰ ਕੇ ਆਗੇ ਹੋਏ। ਇਹ ਫਿਰ ਗੁਰੂ ਦੇ ਅੱਗੇ ਆ ਕੇ ਮੱਥਾ ਟੇਕਦੇ। ਉਹਨ ਕਰਮ ਤੇ ਮੱਥੇ ਤੇ ਲਿਖਿਆ ਹੈ, ਪਰ ਉਹ ਕਰਮ ਜੇ ਪੁੱਠਾ ਲਿਖਿਆ ਨਾ, ਉਲਟਾ ਲਿਖਿਆ, ਦੁਖਦਾਈ ਲਿਖਿਆ, ਤੇ ਜਦੋਂ ਅਸੀਂ ਗੁਰੂ ਨੂੰ ਆ ਕੇ ਮੱਥਾ ਟੇਕਦੇ ਹਾਂ, ਮਸਤਕ ਆਪਣਾ ਥੱਲੇ ਧਰਤੀ ਤੇ ਲਾਉਂਦੇ ਹਾਂ, ਤੇ ਪਾਤਸ਼ਾਹ ਕਹਿਣ ਲੱਗੇ ਫਿਰ ਉਸ ਵੇਲੇ ਮਸਤਕ ਸ਼ਰਧਾ ਸਹਿਤ ਨਿਵਾਵੇ। ਜਿਹਨੇ ਆਪਣਾ ਸ਼ਰਧਾ ਦੇ ਨਾਲ ਸੀਸ ਨਵਾਇਆ ਹੈ, ਜਿਹਨੇ ਆਪਣਾ ਸਿਰ ਝੁਕਾਇਆ ਨਾ ਗੁਰੂ ਨੂੰ ਸ਼ਰਧਾ ਦੇ ਨਾਲ, ਜਿਹੜਾ ਸ਼ਰਧਾ ਦੇ ਨਾਲ ਗੁਰੂ ਨੂੰ ਮੱਥਾ ਟੇਕਦਾ ਹੈ, ਸੁਧੇ ਅੱਖਰ ਤਬ ਹੋਏ ਜਾਵੇ। ਉਹਦੇ ਪੁੱਠੇ ਕਰਮਾਂ ਦੇ ਅੱਖਰ ਸਿੱਧੇ ਹੋ ਜਾਂਦੇ। ਇਹ ਗੁਰੂ ਨੂੰ ਮੱਥਾ ਟੇਕਣ ਦਾ ਲਾਭ ਹੈ। ਕਾਜੀ ਨੇ ਆਖਿਆ ਤੁਹਾਨੂੰ ਮੱਥਾ ਕਿਉਂ ਟੇਕਦੇ ਜਦੋਂ ਕਰਮਾਂ ਦਾ ਹੀ ਮਿਲਣਾ ਹੈ। ਸਤਿਗੁਰੂ ਕਹਿਣ ਲੱਗੇ ਕਾਜੀ ਸਾਹਿਬ ਕਰਮ ਲਿਖਣ ਵਾਲਾ ਤੇ ਪਰਮੇਸ਼ਰ ਹੈ। ਜਿਵੇਂ ਦੇ ਬੰਦੇ ਨੇ ਕੰਮ ਪਿੱਛੇ ਕੀਤੇ ਉਵੇਂ ਦਾ ਉਸ ਨੂੰ ਕਰਮ ਮਿਲ ਗਿਆ। ਪਰ ਜਦੋਂ ਉਹ ਵਿਅਕਤੀ ਗੁਰੂ ਕੋਲ ਆਉਂਦਾ ਤੇ ਸ਼ਰਧਾ ਨਾਲ ਮੱਥਾ ਟੇਕਦਾ ਨਾ ਗੁਰੂ ਦੇ ਅੱਗੇ ਆ ਕੇ, ਤੇ ਗੁਰੂ ਕੀ ਕਰਦਾ ਹੈ, ਜਿਵੇਂ ਮੋਹਰ ਦੇ ਅੱਖਰ ਪੁੱਠੇ ਸਨ ਪਰ ਕਾਗਜ਼ ਤੇ ਲੱਗਿਆਂ ਸਿੱਧੇ ਹੋ ਗਏ। ਜਦੋਂ ਕੋਈ ਮਸਤਕ ਗੁਰੂ ਦੇ ਚਰਨਾਂ ਦੇ ਨਾਲ ਆ ਕੇ ਲੱਗਦਾ ਹੈ, ਉਹਦੇ ਮਾੜੇ ਲੇਖ ਪੁੱਠੇ ਅੱਖਰ ਜਿਹੜੇ ਸਿੱਧੇ ਹੋ ਜਾਂਦੇ। ਗੁਰੂ ਐਸੀ ਦਾਤ ਦਿੰਦਾ ਹੈ। ਇਹ ਜਿਹੜਾ ਸਵਾਲ ਹੈ ਨਾ, ਇਹ ਇੱਕ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਵੀ ਇੱਕ ਰਾਜੇ ਨੇ ਕੀਤਾ ਸੀ। ਉਸ ਰਾਜੇ ਨੇ ਆ ਕੇ ਸਵਾਲ ਕੀਤਾ, ਕਹਿਣ ਲੱਗਾ ਮਹਾਰਾਜ ਜੇ ਕਰਮ ਹੀ ਭੋਗਣੇ, ਤੁਹਾਨੂੰ ਮੱਥਾ ਟੇਕਣ ਦਾ ਕੀ ਫਾਇਦਾ? ਮਹਾਰਾਜ ਦੱਸੋ, ਜੇ ਕਰਮ ਹੀ ਭੋਗਣਾ ਫਿਰ ਤੁਹਾਡੇ ਕੋਲ ਕਿਉਂ ਆਈਏ? ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਤੈਨੂੰ ਸਵਾਲ ਦਾ ਜਵਾਬ ਦੇਵਾਂਗੇ, 2-4 ਦਿਨ ਸਾਡੇ ਕੋਲ ਰਹਿ। ਰਾਜਾ ਮੰਨ ਗਿਆ, ਅਸਕੇਤ ਮੰਡੀ ਦਾ ਰਾਜਾ ਮੰਨ ਗਿਆ, ਕਹਿਣ ਲੱਗਾ ਠੀਕ ਹੈ ਮਹਾਰਾਜ ਮੈਂ ਰਹਿੰਦਾ। ਜਦੋਂ 2-4 ਦਿਨ ਰਿਹਾ ਨਾ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ, ਤੇ ਇੱਕ ਦਿਨ ਕੀ ਹੋਇਆ, ਸੁੱਤਾ ਤੇ ਸੁਪਨਾ ਆਇਆ। ਸੁਪਨੇ ਦੇ ਵਿੱਚ ਕਈ ਜਨਮ ਇਸਨੇ ਲਏ, ਕਦੇ ਕੋਈ ਜਨਮ ਲੈਂਦਾ ਮਰ ਜਾਂਦਾ, ਫਿਰ ਜਨਮ ਲੈਂਦਾ ਫਿਰ ਮਰ ਜਾਂਦਾ। ਅਖੀਰਲਾ ਜਨਮ ਚੰਡਾਲਾਂ ਦੇ ਘਰ ਵਿੱਚ ਜਾ ਕੇ ਹੋਇਆ। ਚੰਡਾਲਾਂ ਦੇ ਘਰ ਵਿੱਚ ਜਾ ਕੇ ਜੰਮਿਆ ਹੈ। ਉਹ ਚੰਡਾਲਾਂ ਦੇ ਬੱਚੇ ਪਰਿਵਾਰ ਇਸ ਨੂੰ ਖਿੱਚੀ ਫਿਰਨ। ਇਹ ਆਖੇ ਮੈਂ ਰਾਜਾ ਹਾਂ। ਉਹ ਕਹਿਣ ਲੱਗੇ ਕਿਹੜਾ ਤੂੰ ਰਾਜਾ, ਤੂੰ ਤੇ ਸਾਡਾ ਬੱਚਾ ਹੈ, ਆਪਾਂ ਤੇ ਗਰੀਬ ਲੋਕ ਆ। ਇਸ ਨੂੰ ਖਿੱਚ ਖਿੱਚ ਕੇ ਘਰ ਲਿਜਾਣ, ਇਹ ਘਰ ਜਾਵੇ ਨਾ ਕਵੇ ਮੈਂ ਰਾਜਾ ਹਾਂ। ਸੁਪਨਾ ਵੇਖਦਾ ਪਿਆ। ਇਹਨੇ ਚਿਰ ਨੂੰ ਕਿਸੇ ਸਿੱਖ ਨੇ ਆ ਕੇ ਬਾਂਹ ਤੋਂ ਫੜ ਕੇ ਉਠਾਇਆ ਤੇ ਉੱਠ ਪਿਆ। ਜਾਗ ਆਈ, ਬੜਾ ਹੈਰਾਨ ਹੋਇਆ ਵੀ ਹੁਣੇ ਤੇ ਮੈਂ ਜਨਮ ਭੋਗਦਾ ਪਿਆ ਤੇ ਮਰਦਾ ਪਿਆ, ਤੇ ਮੇਰਾ ਜਨਮ ਚੰਡਾਲਾਂ ਦੇ ਘਰ ਵਿੱਚ ਹੋਇਆ, ਤੇ ਬੱਚੇ ਖਿੱਚਦੇ ਪਏ ਵੀ ਤੂੰ ਸਾਡਾ ਬਾਪ ਹੈ। ਘਰ ਵਾਲੀ ਆਖਦੀ ਤੂੰ ਮੇਰਾ ਪਤੀ ਹੈ, ਰਿਸ਼ਤੇਦਾਰ ਆਖਦੇ ਵੀ ਤੂੰ ਸਾਡਾ ਰਿਸ਼ਤੇਦਾਰ ਹੈ। ਮੈਂ ਉਹਨਾਂ ਨੂੰ ਕਹਿੰਦਾ ਮੈਂ ਰਾਜਾ ਹਾਂ। ਉਹ ਕਹਿੰਦੇ ਰਾਜਾ ਨਹੀਂ, ਤੂੰ ਤਾਂ ਸਾਡਾ ਰਿਸ਼ਤੇਦਾਰ ਹੈ। ਪਰ ਹੁਣ ਤੇ ਨੀਂਦ ਖੁੱਲੀ ਹੈ ਤੇ ਮੈਂ ਤੇ ਵਾਕਿਆ ਹੀ ਰਾਜਾ ਹਾਂ। ਹੈਰਾਨ ਹੋਇਆ, ਮਹਾਰਾਜ ਦੇ ਕੋਲ ਆ ਗਿਆ, ਕਹਿਣ ਲੱਗਾ ਸਤਿਗੁਰੂ ਮੈਂ ਇਸ ਤਰ੍ਹਾਂ ਦਾ ਇੱਕ ਸੁਪਨਾ ਦੇਖਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਰਾਜਨ ਇਹ ਜਿੰਨੇ ਤੂੰ ਜਨਮ ਵੇਖੇ ਨਾ ਸੁਪਨੇ ਦੇ ਵਿੱਚ, ਇਹ ਸਾਰੇ ਜਨਮ ਤੂੰ ਭੋਗਣੇ ਸਨ। ਇਹ ਤੇਰੇ ਕਰਮ ਸਨ ਆਉਣ ਵਾਲੇ ਜਨਮਾਂ ਦੇ, ਜਿਹੜੇ ਤੇਰੇ ਕਰਮਾਂ 'ਚ ਭੋਗਣ ਵਾਸਤੇ ਲਿਖੇ ਹੋਏ। ਪਰ ਤੂੰ ਗੁਰੂ ਨੂੰ ਆ ਕੇ ਮੱਥਾ ਟੇਕਿਆ, ਤੂੰ ਸੰਗਤ ਦੇ ਦਰਸ਼ਨ ਕੀਤੇ, ਪਰਮਾਤਮਾ ਨੇ ਤੇਰੇ ਉਹ ਕੀਤੇ ਸਾਰੇ ਕਰਮ ਜਿਹੜੇ ਸਨ ਸੁਪਨੇ ਵਿੱਚ ਭੁਗਤਾ ਕੇ ਤੂੰ ਕਰਮ ਵੀ ਆਪਣੇ ਭੋਗ ਲਏ, ਔਰ ਕਰਮਾਂ ਤੋਂ ਤੇਰਾ ਖਹਿੜਾ ਵੀ ਛੁੱਟ ਗਿਆ। ਇੱਕ ਵਾਰੀ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਤਾਂ ਕਹਿੰਦੇ ਨਾ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਇਹ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ। ਸਤਿਗੁਰੂ ਕਹਿੰਦੇ ਸੁਪਨੇ ਵਿੱਚ ਜਿੰਨੇ ਜਨਮ ਲੈ ਰਾਜਨ ਉਹ ਤੇਰੇ ਕਰਮ ਸਨ, ਪਰ ਤੂੰ ਸੁਪਨੇ ਵਿੱਚ ਸਾਰੇ ਕਰਮ ਭੋਗ ਲੈ। 10ਵੇਂ ਪਾਤਸ਼ਾਹ ਦੇ ਸਮੇਂ ਵੀ 2 ਸਿੱਖਾਂ ਨੇ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਸਾਨੂੰ ਮੁਕਤੀ ਬਖਸ਼ਿਸ਼ ਕਰ ਦਿਓ। ਕਹਿਣ ਲੱਗੇ ਮਹਾਰਾਜ ਸਤਿਗੁਰੂ ਕਹਿੰਦੇ ਵੀ ਤੁਹਾਡਾ ਤੇ ਕਰਮ ਬੜਾ ਲੰਮਾ, ਤੇ ਕਹਿੰਦੇ ਸਤਿਗੁਰੂ ਕਰਮ ਭਾਵੇਂ ਕਿੱਡਾ ਵੀ ਲੰਮਾ ਹੋਵੇ ਤੁਸੀਂ ਤੇ ਛੋਟਾ ਕਰ ਸਕਦੇ ਹੋ। ਮਹਾਰਾਜ ਨੇ ਉਹਨਾਂ ਦੋਨਾਂ ਨੂੰ ਹੀ ਸਾਰੇ ਕਰਮ ਸੁਪਨੇ ਵਿੱਚ ਹੀ ਵਿਖਾ ਕੇ ਤੇ ਮੁਕਤ ਕਰ ਦਿੱਤਾ। ਇਹ ਹੈ ਗੁਰੂ ਦੇ ਕੋਲ ਆਉਣ ਦਾ ਲਾਭ। ਇਹ ਗੱਲ ਠੀਕ ਹੈ ਕਿ ਮੱਥੇ ਤੇ ਕਰਮ ਲਿਖਿਆ ਹੁੰਦਾ, ਉਹ ਵਿਅਕਤੀ ਨੂੰ ਭੋਗਣਾ ਪੈਂਦਾ, ਪਰ ਗੁਰੂ ਐਸਾ ਹੈ ਜਿਹੜਾ ਮਾੜੇ ਲੇਖ ਨੂੰ ਵੀ ਸਿੱਧਾ ਕਰ ਦਿੰਦਾ ਹੈ।
ਤੇ ਆਪਾਂ ਕਈ ਵਾਰੀ ਵੇਖਦੇ ਆ ਨਾ, ਕੁਝ ਬੱਚੇ ਛੋਟੀ ਉਮਰ ਦੇ ਵਿੱਚ ਬਿਮਾਰ ਰਹਿੰਦੇ, ਤੇ ਜਦੋਂ ਵੱਡੇ ਹੋ ਜਾਂਦੇ ਹੌਲੀ ਹੌਲੀ ਉਹਨਾਂ ਦਾ ਰੋਗ ਖਤਮ ਹੋ ਜਾਂਦਾ। ਬਿਮਾਰ ਰਹਿਣ ਦਾ ਕਰਮ ਪਰਮਾਤਮਾ ਨੇ ਮੱਥੇ ਤੇ ਕਰਮਾਂ ਦੇ ਮੁਤਾਬਕ ਲਿਖਿਆ ਹੈ, ਲੇਖ ਭੋਗਣਾ ਹੈ। ਪਰ ਜਦੋਂ ਉਹ ਬੱਚਾ ਗੁਰੂ ਦੇ ਕੋਲ ਆਉਂਦਾ ਨਾ, ਮੱਥਾ ਟੇਕਦਾ ਨਾ, ਅਰਦਾਸ ਕਰਦਾ ਨਾ, ਮਸਤਕ ਧਰਤੀ ਤੇ ਲਾਉਂਦਾ ਹੈ ਨਾ, ਗੁਰੂ ਉਹਦੇ ਮਾੜੇ ਕਰਮ ਨੂੰ ਮੇਟ ਕੇ ਚੰਗਾ ਕਰਮ ਕਰ ਦਿੰਦਾ। ਉਹਦੀ ਬਿਮਾਰੀ ਤੋਂ ਉਹਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਇਹ ਗੁਰੂ ਦੀ ਸਮਰੱਥਾ ਹੈ। ਤਾਂ ਹੀ ਆਖਿਆ ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਨਹੀਂ ਹੈ। ਗੁਰੂ ਤੇ ਇਸ ਤਰ੍ਹਾਂ ਦਾ ਹੈ ਜਿਹੜਾ ਕਰਮ ਵਿੱਚ ਨਹੀਂ ਵੀ ਲਿਖਿਆ। ਇਹ ਤੇ ਮੰਨ ਲਓ ਕਰਮ ਲਿਖਿਆ ਹੈ ਤੇ ਮਹਾਰਾਜ ਨੇ ਕਰਮ ਨੂੰ ਬਦਲ ਦਿੱਤਾ। ਜੇ ਕਰਮ ਵਿੱਚ ਨਹੀਂ ਲਿਖਿਆ, ਗੁਰੂ ਉਹ ਵੀ ਦਿੰਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਜੀਵਨ ਦਾ ਇੱਕ ਘਟਨਾ ਹੈ। ਕਹਿਣ ਲੱਗੇ ਇੱਕ ਭਾਈ ਆਦਮ ਨਾਮ ਦਾ ਸਿੱਖ ਆਇਆ। ਸਾਖੀ ਬੜੀ ਲੰਮੀ ਹੈ, ਕੇਵਲ ਆਪਾਂ 2-4 ਸ਼ਬਦਾਂ ਵਿੱਚ ਹੀ ਸਰਵਣ ਕਰ ਲਈਏ। ਸੇਵਾ ਕੀਤੀ, ਮਹਾਰਾਜ ਬੜੇ ਖੁਸ਼ ਹੋਏ। ਕਹਿਣ ਲੱਗੇ ਮੰਗ ਕੀ ਚਾਹੀਦਾ? ਭਾਈ ਆਦਮ ਕਹਿੰਦਾ ਜੀ ਪੁੱਤਰ ਚਾਹੀਦਾ। ਤੇ ਸਤਿਗੁਰਾਂ ਨੇ ਧਿਆਨ ਜਦੋਂ ਲਾਇਆ ਨਾ, ਵੇਖਿਆ ਇਹਦੇ ਕਰਮਾਂ 'ਚ ਲਿਖਿਆ ਹੀ ਨਹੀਂ ਪੁੱਤਰ ਪਰਮਾਤਮਾ ਨੇ। ਨਾ ਇਸ ਜਨਮ ਵਿੱਚ ਲਿਖਿਆ ਹੈ, ਨਾ ਅਗਲੇ ਜਨਮ ਵਿੱਚ ਕਿਤੇ ਵੀ ਲਿਖਿਆ ਹੈ। ਪਰ ਇਹ ਗੁਰੂ ਦੇ ਕੋਲ ਆਇਆ ਹੈ, ਮੰਗ ਮੰਗੀ ਹੈ, ਪੂਰੀ ਹੋਣੀ ਚਾਹੀਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਆਦਮ ਤੇਰੇ ਕਰਮਾਂ 'ਚ ਪ੍ਰਮਾਤਮਾ ਨੇ ਲਿਖਿਆ ਨਹੀਂ, ਤਾਂ ਨਹੀਂ ਹੈ। ਪਰ ਤੂੰ ਮੰਗਿਆ ਸੰਗਤ ਵਿੱਚ ਆ ਕੇ, ਸੰਗਤ ਵਿੱਚ ਆ ਕੇ ਮੰਗੀ ਵਸਤੂ ਮਿਲੇਗੀ। ਸਾਡੇ ਘਰ ਵਿੱਚ 4 ਪੁੱਤਰ ਲਿਖੇ ਪ੍ਰਮਾਤਮਾ ਨੇ। 3 ਪੁੱਤਰਾਂ ਦਾ ਜਨਮ ਹੋਇਆ ਹੈ, ਚੌਥੇ ਪੁੱਤਰ ਦਾ ਜਨਮ ਅਜੇ ਬਾਕੀ ਹੈ। ਅਸੀਂ ਆਪਣਾ ਚੌਥਾ ਪੁੱਤਰ ਤੈਨੂੰ ਬਖਸ਼ਿਸ਼ ਕਰ ਦਿੰਦੇ। ਵਾਹਿਗੁਰੂ। ਸਾਡੇ ਘਰ ਵਿੱਚ 3 ਹੀ ਰਹਿਣਗੇ, ਚੌਥਾ ਤੇਰੇ ਘਰੇ ਹੋਵੇਗਾ। ਅਸੀਂ ਆਪਣੀ ਭਗਤੀ ਵਿੱਚੋਂ ਤੈਨੂੰ ਬਖਸ਼ਿਆ, ਉਹਦਾ ਨਾਮ ਭਾਈ ਭਗਤੂ ਰੱਖਣਾ ਹੈ। ਭਾਈ ਭਗਤੂ ਨਾਮ ਦਾ ਸਿੱਖ ਹੋਇਆ ਨਾ, ਭਗਤਾ ਭਾਈ ਕਾ ਨਗਰ ਹੈ ਇੱਕ ਮਾਲਵੇ ਦੇ ਵਿੱਚ, ਉਸੇ ਭਾਈ ਭਗਤੂ ਦੇ ਨਾਮ ਦੇ ਉੱਪਰ। ਇਹ ਉਹੀ ਭਾਈ ਭਗਤੂ ਹੈ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਆਪਣਾ ਪੁੱਤਰ ਹੋਣ ਦੀ ਬਜਾਏ ਭਾਈ ਆਦਮ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਤਾਂ ਆਪਾਂ ਬਚਨ ਪੜ੍ਹਿਆ, ਗੁਰ ਜੈਸਾ ਨਾਹੀ ਕੋ ਦੇਵ। ਕਿਹੜਾ ਦੇਵਤਾ ਹੈ ਜਿਹੜਾ ਗੁਰੂ ਦੀ ਬਰਾਬਰੀ ਕਰੇ? ਗੁਰੂ ਸਮਰੱਥ ਹੈ। ਇਸ ਕਰਕੇ ਗੁਰੂ ਨੂੰ ਜਦੋਂ ਮੱਥਾ ਟੇਕਣਾ ਨਾ, ਬੜੀ ਸ਼ਰਧਾ ਦੇ ਨਾਲ, ਭਰੋਸੇ ਦੇ ਨਾਲ, ਆਪਣਾ ਮਸਤਕ ਥੱਲੇ ਲਾ ਕੇ। ਦੂਜਿਆਂ ਮਤਾਂ ਦਾ ਆਪਣੇ ਉੱਪਰ ਪ੍ਰਭਾਵ ਨਾ ਪੈਣ ਦਿਓ ਵੀ ਮੋਢਿਆਂ ਤੇ ਹੱਥ ਲਾਇਆ, ਕਦੇ ਮੱਥੇ ਤੇ ਲਾਇਆ, ਕਦੇ ਮੂੰਹ ਤੇ ਲਾਇਆ ਹੈ। ਅਸੀਂ ਉਹਨਾਂ ਵਾਂਗੂ ਪ੍ਰੇਰ ਕਰਨ ਵਾਸਤੇ ਨਹੀਂ ਆਏ, ਅਸੀਂ ਗੁਰੂ ਦੇ ਦਰਸ਼ਨ ਕਰਕੇ ਮੱਥਾ ਟੇਕਣ ਆਏ ਹਾਂ। ਝੁਕਿਆ ਕਰੋ ਜਿੰਨਾ ਝੁਕਿਆ ਜਾਂਦਾ ਹੈ। ਐਸੇ ਗੁਲ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ, ਜਿਨ ਆਪ ਸਵਾਰੇ। ਮਹਾਰਾਜ ਦੇ ਬਚਨ ਨੇ। ਇਸ ਕਰਕੇ ਗੁਰੂ ਦੇ ਅੱਗੇ ਨਿਉਣਾ, ਮੱਥਾ ਟੇਕਣਾ ਇਹ ਸਫਲਾ ਹੈ। ਤੇ ਗੁਰੂ ਦੇ ਅੱਗੇ ਅਰਦਾਸ ਕਰਨੀ ਵੀ ਸਫਲੀ ਅਰਦਾਸ ਕਰਨੀ ਚਾਹੀਦੀ ਹੈ। ਦੋਏ ਕਰ ਜੋੜ ਕਰੋ ਅਰਦਾਸ। ਜੇ ਕਰਨੀ ਹੈ ਤੇ ਤਾਂ ਹੀ ਲਿਖਿਆ ਨਾ, ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾਂ। ਇਹ ਬਚਨ ਗੁਰਬਾਣੀ ਵਿੱਚ ਲਿਖੇ ਨੇ। ਗੁਰੂ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨੀ ਸਿੱਖ ਦਾ ਪਹਿਲਾ ਫਰਜ਼ ਹੈ। ਦਾਤ ਗੁਰੂ ਨੇ ਆਪੇ ਦੇ ਦੇਣੀ ਹੈ। ਇਸ ਕਰਕੇ ਅਰਦਾਸ ਜ਼ਰੂਰੀ ਹੈ। ਇਹ ਅਰਦਾਸ ਚੱਲੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ, ਤੇ ਇਹ ਚੱਲਦੀ ਹੀ ਰਹਿਣੀ ਹੈ। ਕਿੰਤੂ ਪਰੰਤੂ ਸ਼ੰਕਾ ਕਰਨ ਵਾਲੇ ਕਰੀ ਜਾਣਗੇ। ਕਈਆਂ ਲੋਕਾਂ ਦਾ ਮਤ ਹੁੰਦਾ ਵੀ ਕਰਮਾਂ 'ਚ ਲਿਖਿਆ ਉਹ ਮਿਲ ਹੀ ਜਾਣਾ ਹੈ, ਪਰ ਗੁਰੂ ਕਰਮ ਮੇਟਣ ਦੀ ਸਮਰੱਥਾ ਰੱਖਦਾ ਹੈ। ਮੱਖਣ ਸ਼ਾਹ ਲੁਬਾਣੇ ਨੇ ਵੀ ਤੇ ਅਰਦਾਸ ਹੀ ਕੀਤੀ ਨਾ, ਡੁੱਬਦੇ ਜਹਾਜ਼ ਵਿੱਚ, ਤੇ ਬੰਨੇ ਲਾਇਆ ਨਾ ਮਹਾਰਾਜ ਨੇ ਮੋਢਾ ਲਾ ਕੇ। ਤੇ ਅਰਦਾਸ ਤੇ ਭਾਈ ਬਿਧੀ ਚੰਦ ਨੇ ਵੀ ਕੀਤੀ ਹੈ, ਭੱਠੇ ਵਿੱਚ ਬੈਠ ਕੇ। ਤਾਤੀ ਵਾਵ ਨਾ ਲੱਗੇ ਪਾਰ ਬ੍ਰਹਮ ਸ਼ਰਨ।
ਇਸ ਕਰਕੇ ਗੁਰੂ ਕਿਹਾ ਸਿੱਖਾ ਕਿਸੇ ਦੇ ਮਗਰ ਨਹੀਂ ਲੱਗਣਾ ਹੈ। ਲੋਕ ਸ਼ੰਕਾ ਬੜਾ ਪੈਦਾ ਕਰਦੇ, ਅਸ਼ਰਧਾ, ਸ਼ਰਧਾ ਨਹੀਂ ਅਸ਼ਰਧਾ, ਨਾਸਤਕਪੁਣਾ, ਉਹ ਵੀ ਬੜਾ ਪ੍ਰਚਾਰ ਹੋ ਰਿਹਾ ਹੈ। ਪਰ ਤੇਰੇ ਮਨ ਵਿੱਚ ਨਾਸਤਕਪੁਣਾ ਨਹੀਂ ਆਉਣਾ ਚਾਹੀਦਾ। ਸਾਡੇ ਕੁਝ ਪ੍ਰਚਾਰਕਾਂ ਦਾ ਜ਼ੋਰ ਲੱਗਾ ਹੈ ਇਹ ਗੱਲ ਸਿੱਧ ਕਰਨ ਵਾਸਤੇ ਕਿ 10 ਗੁਰੂ ਸਾਹਿਬਾਨ ਇੱਕ ਆਮ ਮਨੁੱਖ ਸਨ, ਆਮ ਮਨੁੱਖ ਵਾਂਗ ਵਿਚਰੇ, ਉਹ ਆਮ ਹੀ ਸਨ, ਉਹਨਾਂ ਨੇ ਕੋਈ ਸ਼ਕਤੀ ਕੋਈ ਕਰਾਮਾਤ ਨਹੀਂ ਵਿਖਾਈ ਹੈ। ਕਿਤੇ ਕੁਝ ਲੋਕਾਂ ਦਾ ਇਹ ਵੀ ਜ਼ੋਰ ਲੱਗਾ ਵੀ ਕਰਾਮਾਤ ਕਹਿਰ ਦਾ ਨਾਮ ਹੈ, ਗੁਰੂ ਕਿਵੇਂ ਵਿਖਾ ਸਕਦਾ ਹੈ। ਪਰ ਸਾਨੂੰ ਪਤਾ ਨਹੀਂ ਹੈ ਕਰਾਮਾਤ ਨੂੰ ਕਹਿਰ ਕਿਉਂ ਕਿਹਾ ਜਾਂਦਾ ਹੈ। ਕਰਾਮਾਤ ਨੂੰ ਕਹਿਰ ਤਾਂ ਕਹੀਦਾ ਹੈ ਜਿਹੜੀ ਕਰਾਮਾਤ ਆਪਣੀ ਪ੍ਰਭਤਾ ਵਿਖਾਉਣ ਵਾਸਤੇ ਵਿਖਾਈ ਗਈ ਹੋਵੇ, ਵੀ ਦੁਨੀਆ ਮੈਨੂੰ ਮੱਥਾ ਟੇਕੇ, ਮੇਰੀ ਪੂਜਾ ਕਰੇ, ਮੇਰੀ ਜੈ ਜੈਕਾਰ ਹੋਵੇ, ਉਹ ਕਰਾਮਾਤ ਕਹਿਰ ਹੈ। ਪਰ ਜਿਹੜੀ ਕਰਾਮਾਤ ਦੂਜੇ ਦੇ ਭਲੇ ਵਾਸਤੇ ਵਿਖਾਈ ਜਾਵੇ ਉਹ ਕਹਿਰ ਨਹੀਂ ਹੈ, ਉਹ ਬਖਸ਼ਿਸ਼ ਹੈ। ਵਲੀ ਕੰਧਾਰੀ ਨੇ ਵੱਡਾ ਪੱਥਰ ਰੇੜਿਆ ਪਹਾੜ ਦੇ ਉੱਪਰੋਂ, ਥੱਲੇ ਭਾਈ ਬਾਲਾ ਤੇ ਮਰਦਾਨਾ ਵੀ ਬੈਠੇ, ਮਹਾਰਾਜ ਉਹਨਾਂ ਨੂੰ ਬਚਾਉਂਦੇ ਪਏ, ਭਲਾ ਕਰਦੇ ਪਏ। ਪੱਥਰ ਨੂੰ ਪੰਜਾ ਤਾਂ ਲਾਇਆ ਹੈ, ਕਰਾਮਾਤ ਵਿਖਾਈ ਕਹਿਰ ਨਹੀਂ ਹੈ। 2 ਜ਼ਿੰਦਗੀਆਂ ਬਚਾਈਆਂ, ਕੱਲੀਆਂ 2 ਜ਼ਿੰਦਗੀਆਂ ਨਹੀਂ ਬਚਾਈਆਂ। ਵਲੀ ਕੰਧਾਰੀ ਦਾ ਮਾਣ ਵੀ ਤੋੜਿਆ ਜਿਹਨੇ ਇੰਨਾ ਲੰਮਾ ਸਮਾਂ ਬੰਦਗੀ ਕੀਤੀ ਹੈ, ਪਰ ਹੰਕਾਰ ਨੇ ਟਿਕਣ ਨਹੀਂ ਦਿੱਤਾ। ਉਹਨੂੰ ਉਹਦੀ ਬੰਦਗੀ ਦਾ ਫਲ ਵੀ ਦੇਣਾ ਹੈ, ਉਹਦਾ ਮਾਣ ਵੀ ਤੋੜਨਾ ਹੈ। ਜੇ ਪੱਥਰ ਨੂੰ ਪੰਜਾ ਲਾਇਆ ਤੇ ਉਹ ਵਲੀ ਕੰਧਾਰੀ ਦੇ ਭਲੇ ਵਾਸਤੇ ਲਾਇਆ ਹੈ। ਜੇ ਪੱਥਰ ਨੂੰ ਪੰਜਾ ਲਾਇਆ ਤੇ ਭਾਈ ਬਾਲਾ ਤੇ ਮਰਦਾਨਾ ਨੂੰ ਜ਼ਿੰਦਗੀ ਦੇਣ ਵਾਸਤੇ ਲਾਇਆ। ਗੁਰੂ ਦੀ ਕਰਾਮਾਤ ਕਹਿਰ ਨਹੀਂ ਹੈ, ਗੁਰੂ ਦੀ ਕਰਾਮਾਤ ਭਲਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਗੁਰੂ ਦੀ ਸਮਰੱਥਾ ਹੈ। ਪਰ ਕੁਝ ਲੋਕਾਂ ਨੇ ਗੁਰੂ ਨੂੰ ਇੱਕ ਆਮ ਬੰਦਾ ਸਾਬਤ ਕਰਨ ਵਾਸਤੇ ਜ਼ੋਰ ਲਾਇਆ, ਤੇ ਜਿੰਨਾ ਅਸੀਂ ਇੱਧਰ ਨੂੰ ਜ਼ੋਰ ਲਾਉਂਦੇ ਪਏ ਵੀ ਗੁਰੂ ਇੱਕ ਆਮ ਇਨਸਾਨ ਹੈ, ਕਰਾਮਾਤ ਕੋਈ ਨਹੀਂ, ਤਾਕਤ ਕੋਈ ਨਹੀਂ ਹੈ, ਦੂਸਰੇ ਧਰਮਾਂ ਦੇ ਲੋਕ ਆ ਕੇ ਸਾਡੇ ਭੋਲੇ ਭਾਲੇ ਸਿੱਖਾਂ ਨੂੰ ਨਿੱਕਾ ਜਿਹਾ ਮੰਤਰ ਪੜ੍ਹ ਕੇ ਇਹੋ ਜਿਹੇ ਆਪਣੇ ਭਰਮ ਦੇ ਜਾਲ ਵਿੱਚ ਫਸਾਉਂਦੇ ਨੇ। ਪੰਜਾਬ ਦੇ ਕਈ ਇਲਾਕੇ ਸਿੱਖੀ ਨੂੰ ਛੱਡ ਕੇ ਦੂਜੇ ਧਰਮਾਂ ਵਿੱਚ ਚਲੇ ਗਏ। ਵੈਸੇ ਸਾਨੂੰ ਐਸੇ ਕੱਚੇ ਪਿੱਲਿਆਂ ਦੀ ਬਹੁਤੀ ਲੋੜ ਵੀ ਨਹੀਂ ਹੈ। ਜੰਗਲ ਦਾ ਰਾਜਾ ਤੇ ਸ਼ੇਰ ਹੁੰਦਾ, ਤੇ ਸ਼ੇਰ ਇੱਕ ਹੀ ਹੁੰਦਾ ਹੈ। ਸਾਨੂੰ ਤੇ ਇੱਥੇ ਪੱਕੇ ਚਾਹੀਦੇ, ਜਿਹੜਾ ਸਿਰ ਜਾਵੇ ਤੇ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਚਾਹੀਦੇ ਤੇ ਇਹੋ ਜਿਹਾ ਨੇ, ਕੱਚਿਆਂ ਦਾ ਕੀ ਕਰਨਾ ਹੈ। ਨਾਨਕ ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ। ਬਚਨ ਇਹ ਹੈ ਜਿਹੜਾ ਸਿੱਖ ਧਰਮ ਦੇ ਵਿੱਚ ਜਨਮ ਲੈ ਕੇ ਸਿੱਖ ਧਰਮ ਦਾ ਨਹੀਂ ਹੋ ਸਕਿਆ, ਉਹ ਜਿਹੜਾ ਦੂਜੇ ਧਰਮ ਵਿੱਚ ਚਲਾ ਗਿਆ ਉਹਨਾਂ ਦਾ ਵੀ ਕਿਹੜਾ ਉਹਨੇ ਹੋ ਜਾਣਾ ਹੈ। ਜਿਹੜੇ ਇੱਥੇ ਖੋਟੇ ਨੇ ਉਹ ਉੱਥੇ ਵੀ ਖੋਟੇ ਹੀ ਹੋਣਗੇ ਨਾ। ਉੱਥੇ ਕੋਈ ਹੋਰ ਲਾਲਚ ਮਿਲੇਗਾ ਤੇ ਤੀਸਰੇ ਪਾਸੇ ਨੂੰ ਤੁਰ ਪੈਣਗੇ। ਖੋਟਿਆਂ ਸਿੱਕਿਆਂ ਦਾ ਕੀ ਕਰਨਾ ਹੈ। ਪਰ ਬਚਨ ਇਹ ਹੈ ਵੀ ਅਸੀਂ ਗੁਰੂ ਨੂੰ ਇੱਕ ਆਮ ਇਨਸਾਨ ਬਣਾਉਣ ਦਾ ਯਤਨ ਕਰਦੇ ਪਏ। ਦੂਸਰੇ ਧਰਮਾਂ ਦੇ ਲੋਕ ਨਿੱਕੀ ਜੀ ਕਰਾਮਾਤ ਵਿਖਾ ਕੇ ਮੰਤਰ ਪੜ੍ਹਦੇ, ਇੱਕ ਮੱਥੇ ਤੇ ਹੱਥ ਜਿਹਾ ਰੱਖਦੇ, ਪਤਾ ਨਹੀਂ ਉਹ ਮੰਤਰ ਕਿਸ ਤਰ੍ਹਾਂ ਦਾ ਹੈ। ਚੇਲੇ ਚਾਟੜੇ ਆਪਣੇ ਪੂਰੇ ਸਿਖਾਏ ਹੋਏ, ਟ੍ਰੇਨਡ ਕੀਤੇ ਹੋਏ, ਉਹ ਵੀਡੀਓ ਦੇ ਸਾਹਮਣੇ ਬੜਾ ਨੱਚਦੇ, ਤੜਫਦੇ, ਲੰਮੇ ਪੈਂਦੇ, ਫਿਰ ਉੱਠ ਕੇ ਆਖਦੇ ਮੈਂ ਤੇ ਨਰੋਇਆ ਹੋ ਗਿਆ, ਮੈਂ ਤੇ ਰੋਗਾ ਤੋਂ ਰਹਿਤ ਹੋ ਗਿਆ। ਦੁਨੀਆ ਵੇਖ ਕੇ ਭੇਡ ਚਾਲ ਮਗਰ ਤੁਰ ਪਈ ਹੈ। ਪਰ ਕੇਵਲ ਵਿਖਾਵਾ ਹੈ। ਨਿੱਜੀ ਜ਼ਿੰਦਗੀ 'ਚ ਕਦੇ ਮਿਲ ਕੇ ਵੇਖਿਓ ਵੀ ਤੁਸੀਂ ਤੰਦਰੁਸਤ ਹੋ ਗਏ ਹੋ? ਨਹੀਂ, ਉੱਥੇ ਤੋਂ ਉੱਥੇ ਹੀ ਗੱਡੀ ਖੜੀ ਹੋਈ ਹੈ। ਰੋ ਵਿਚਾਰ, ਗੁਰੂ ਨੂੰ ਮੱਥਾ ਟੇਕਣਾ ਇਹ ਕਰਮਕਾਂਡ ਨਹੀਂ ਹੈ। ਗੁਰੂ ਦੇ ਅੱਗੇ ਅਰਦਾਸ ਕਰਨੀ ਇਹ ਵੀ ਕਰਮਕਾਂਡ ਨਹੀਂ ਹੈ। ਅਰਦਾਸ ਕਰਨੀ ਸਾਡਾ ਫਰਜ਼ ਹੈ, ਮੱਥਾ ਟੇਕਣਾ ਸਾਡਾ ਫਰਜ਼ ਹੈ। ਦਾਤ ਗੁਰੂ ਨੇ ਦੇਣੀ ਹੈ। ਗੁਰੂ ਐਸਾ ਹੈ ਤੇਰੇ ਪੁੱਠੇ ਕਰਮਾਂ ਨੂੰ ਸਿੱਧਾ ਕਰ ਦੇਵੇਗਾ। ਜਿਹੜੀ ਗੱਲ ਨਹੀਂ ਬਣਦੀ ਹੋਵੇਗੀ ਉਹ ਵੀ ਬਣ ਜਾਏਗੀ। ਗੁਰੂ ਐਸਾ ਸਮਰੱਥ ਹੈ। ਸਲਾਰਦੀਨ ਕਾਜੀ ਕਹਿੰਦਾ, ਮਹਾਰਾਜ ਜੇ ਕਰਮਾਂ 'ਚ ਲਿਖਿਆ ਮਿਲਣਾ ਤੇ ਅਰਦਾਸ ਤੇ ਮੱਥਾ ਕਿਉਂ ਟੇਕੀਏ? ਮਹਾਰਾਜ ਕਹਿਣ ਲੱਗੇ ਮਿਲਦਾ ਤੇ ਕਰਮਾਂ ਮੁਤਾਬਕ ਹੈ, ਪਰ ਗੁਰੂ ਦੇ ਅੱਗੇ ਮੱਥਾ ਟੇਕੇਗਾ ਤੇਰੇ ਮਾੜੇ ਕਰਮ ਜਿਹੜੇ ਸਿੱਧੇ ਹੋ ਜਾਣਗੇ। ਸੀਸ ਨਵਾਇਆ ਗਿਰ ਪੜੈ ਸਭ ਪਾਪਣ ਕੀ ਪੋਟ, ਜਾਂ ਤੇ ਸੀਸ ਨਵਾਈਐ ਲੱਗੈ ਨਾ ਜਮ ਕੀ ਚੋਟ। ਫਰੀਦਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ,
ਕੁੰਨੈ ਹੇਠ ਜਲਾਈਐ ਬਾਲਣ ਸੰਦਤ ਬਾਲਨ ਸੰਧੈ ਥਾਏ। ਇਹ ਮਹਾਰਾਜ ਦੇ ਬਚਨ ਹਨ। ਤਿਸ ਕੋ ਫਲ ਸੁਖ ਭੋਗਨ ਕਰੈ। ਅਤੇ ਜਿਹੜਾ ਗੁਰੂ ਦੇ ਅੱਗੇ ਮੱਥਾ ਟੇਕਦਾ ਹੈ, ਗੁਰੂ ਦੇ ਅੱਗੇ ਬੇਨਤੀ ਕਰਦਾ ਹੈ, ਗੁਰਮੁਖੋ ਇਹਦਾ ਫਲ ਅੱਗੇ ਸੁਖ ਜ਼ਰੂਰ ਮਿਲੇਗਾ। ਮਹਾਰਾਜ ਤੇ ਬਚਨੇ ਕਰਦੇ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾ। ਤੇ ਮਹਾਰਾਜ ਦਾ ਬਚਨ ਇਹ ਵੀ ਹੈ, ਜਿਹੜੇ ਨਾਮ ਧਿਆਉਂਦੇ ਨੇ, ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਇੱਥੇ ਤੇ ਨਾਮ ਜਪਣ ਵਾਲੇ ਦੇ ਅੱਗੇ ਸਿਰ ਝੁਕਾ ਦਈਏ ਤੇ ਜਮਦੂਤਾਂ ਦੇ ਅੱਗੇ, ਧਰਮਰਾਜ ਦੇ ਅੱਗੇ ਉਹ ਵੀ ਪੇਸ਼ ਨਹੀਂ ਹੁੰਦੇ, ਮੁਕਤ ਹੋ ਜਾਂਦੇ। ਪਰ ਜਿਹੜਾ ਸਿਰ ਗੁਰੂ ਦੇ ਅੱਗੇ ਆ ਕੇ ਨਵੇਂਗਾ, ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੇ। ਫਿਰ ਜਮਦੂਤਾਂ ਦੇ ਖਹਿੜੇ ਨਹੀਂ ਹੋ ਪਾਏਗਾ, ਮੁਕਤ ਹੋ ਜਾਏਗਾ। ਇਹ ਗੁਰੂ ਨੂੰ ਮੱਥਾ ਟੇਕਣ ਦਾ ਲਾਭ ਹੈ। ਇਸ ਕਰਕੇ ਨਮਸਕਾਰ ਕਰਿਆ ਕਰ। ਇਸ ਪ੍ਰਕਾਰ ਜੇ ਕਾਜ ਸਵਰੈ। ਗੁਰੂ ਇਸ ਤਰ੍ਹਾਂ ਦਾ ਹੈ ਜਿਹੜਾ ਸੁੱਖ ਦੇ ਫਲ ਬਖਸ਼ਿਸ਼ ਕਰਦਾ। ਇਸ ਤਰ੍ਹਾਂ ਸਿੱਖ ਦੇ ਜਿਹੜੇ ਸਾਰੇ ਕਾਰਜ ਨੇ ਉਹ ਗੁਰੂ ਵੱਲੋਂ ਸਫਲੇ ਹੁੰਦੇ ਹਨ। ਜੇ ਮਸਤਕ ਕੋ ਟੇਕੈ ਨਾਹੀ। ਪਰ ਜਿਹੜਾ ਮੱਥਾ ਨਹੀਂ ਟੇਕਦਾ, ਵੀ ਚਲੋ ਗੁਰੂ ਨੂੰ ਕੀ ਮੱਥਾ ਟੇਕਣਾ। ਕਈ ਵਾਰੀ ਅਸੀਂ ਕੱਪੜੇ ਹੀ ਇਹੋ ਜਿਹੇ ਪਾ ਕੇ ਆਉਂਦੇ, ਮੱਥਾ ਟੇਕਣ ਨੂੰ ਜੀ ਨਹੀਂ ਕਰਦਾ। ਸਾਨੂੰ ਪਤਾ ਹੈ ਕਿ ਮੈਂ ਗੁਰਦੁਆਰੇ ਚੱਲਿਆ ਹਾਂ, ਤੇ ਫਿਰ ਕੱਪੜਾ ਤੇ ਉਹ ਪਾ ਕੇ ਆ ਨਾ ਤਨ ਢਕੇ। ਮੱਥਾ ਟੇਕਣ ਤੋਂ ਪਹਿਲਾਂ ਡਰ ਤੈਨੂੰ ਇਹ ਹੈ ਵੀ ਮੈਂ ਕਿਤੇ ਨੰਗਾ ਹੀ ਨਾ ਹੋ ਜਾਵਾਂ। ਜੇ ਤੈਨੂੰ ਨੰਗਾ ਹੋਣ ਦਾ ਇੰਨਾ ਹੀ ਡਰ ਹੈ, ਇੰਨਾ ਹੀ ਤੂੰ ਸ਼ਰਮ ਮਹਿਸੂਸ ਕਰਦਾ, ਇੰਨਾ ਹੀ ਤੂੰ ਸੰਸਕਾਰੀ ਹੈ, ਤੇ ਫਿਰ ਤੈਨੂੰ ਇਹ ਨਹੀਂ ਪਤਾ ਲੱਗਾ ਵੀ ਮੈਂ ਗੁਰਦੁਆਰੇ ਚੱਲਿਆ ਤੇ ਉੱਥੇ ਕੱਪੜੇ ਕਿਸ ਤਰ੍ਹਾਂ ਦੇ ਪਾ ਕੇ ਜਾਵਾਂ। ਮੱਥਾ ਟੇਕਣ ਲੱਗਿਆ ਮੇਰੇ ਹੱਥ ਗੁਰੂ ਦੇ ਚਰਨਾਂ ਦੇ ਉੱਪਰ ਲੱਗਣ, ਇਹ ਭਾਵਨਾ ਬਣਨੀ ਚਾਹੀਦੀ ਹੈ ਨਾ। ਜਦੋਂ ਅਸੀਂ ਮੱਥਾ ਟੇਕਦੇ ਸਾਡੇ ਹੱਥ ਸਿੱਧੇ ਥੱਲੇ ਲੱਗਦੇ, ਭਾਵਨਾ ਇਹ ਹੁੰਦੀ ਹੈ ਵੀ ਇਹ ਗੁਰੂ ਦੇ ਚਰਨ ਮੈਂ ਆਪਣੇ ਹੱਥਾਂ ਵਿੱਚ ਫੜੇ। ਤੇ ਜੇ ਅਸੀਂ ਆਪਣੇ ਇੱਕ ਹੱਥ ਨਾਲ ਆਪਣੇ ਕੱਪੜੇ ਨੂੰ ਪਹਿਲਾਂ ਫੜੀਏ, ਟੀ-ਸ਼ਰਟ ਨੂੰ ਫੜੀਏ ਵੀ ਇਹ ਕਿਤੇ ਮੇਰੀ ਪਿੱਠ ਨਾ ਨੰਗੀ ਹੋ ਜਾਵੇ, ਤੇ ਇੱਕ ਹੱਥ ਥੱਲੇ ਲਾਇਆ ਮੁਰਦਿਆਂ ਦੇ ਵਾਂਗ, ਜੋ ਲਾਭ ਤੇ ਨਾ ਕੋਈ ਹੋਇਆ, ਸ਼ਰਧਾ ਤੇ ਨਾ ਕੋਈ ਹੋਈ, ਅਕਲ ਤੇ ਨਾ ਕੋਈ ਆਈ ਵੀ ਸੰਗਤ ਵਿੱਚ ਕਿਵੇਂ ਆਉਣਾ। ਸੰਗਤ ਵਿੱਚ ਆਉਣ ਦਾ ਤਰੀਕਾ ਚਾਹੀਦਾ ਹੈ। ਇਸ ਕਰਕੇ ਗੁਰੂ ਦੇ ਅੱਗੇ ਜਦੋਂ ਮੱਥਾ ਟੇਕੀਏ, ਹੱਥ ਜੋੜ ਕੇ ਨਮਸਕਾਰ ਕਰੀਏ, ਹੱਥ ਥੱਲੇ ਲਾ ਕੇ ਮੱਥਾ ਟੇਕੀਏ। ਇਹ ਵੱਖਰੀ ਗੱਲ ਹੈ, ਕੋਈ ਬਜ਼ੁਰਗ ਹੈ, ਕੋਈ ਬਿਮਾਰ ਹੈ, ਕਿਸੇ ਦੀ ਸਰੀਰ ਵਿੱਚ ਕੋਈ ਇਹੋ ਜਿਹੀ ਤਕਲੀਫ ਹੈ ਵੀ ਉਹ ਝੁਕ ਨਹੀਂ ਸਕਦਾ, ਉਹ ਗੱਲ ਵੱਖਰੀ ਹੈ ਵੀ ਉਹਨੂੰ ਕੋਈ ਰੋਗ ਲੱਗਾ ਹੈ। ਪਰ ਜਿਹੜਾ ਤੰਦਰੁਸਤ ਹੈ ਉਹ ਤੇ ਟੇਕ ਸਕਦਾ ਨਾ, ਨਮਸਕਾਰ ਤੇ ਉਹ ਕਰ ਸਕਦਾ ਨੇ, ਉਹ ਤੇ ਝੁਕ ਸਕਦਾ। ਤੇ ਫਿਰ ਅਸੀਂ ਇਸ ਤਰ੍ਹਾਂ ਨਾ ਹੋਵੇ ਵੀ ਕੱਪੜਾ ਹੀ ਇਹੋ ਜਿਹਾ ਪਾਇਆ ਹੋਵੇ, ਸਾਡਾ ਕੱਪੜਾ ਸਾਨੂੰ ਗੁਰੂ ਅੱਗੇ ਝੁਕਣ ਹੀ ਨਾ ਦੇਵੇ, ਮਾੜੇ ਭਾਗ ਹੋ ਜਾਣਗੇ। ਇਸ ਕਰਕੇ ਤਨ ਦੇ ਉੱਪਰ ਲਿਬਾਸ ਕੱਪੜਾ ਤੇ ਕੋਈ ਵੀ ਪਾਇਆ ਜਾ ਸਕਦਾ ਹੈ, ਪਰ ਕੱਪੜਾ ਉਹ ਹੋਵੇ ਜਿਹੜਾ ਤਨ ਨੂੰ ਢਕੇ। ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਸਰੀਰ ਨੰਗਾ ਕਰਕੇ ਵਿਖਾਵੇ। ਤੇ ਫਿਰ ਗੁਰੂ ਦੇ ਅੱਗੇ ਮੱਥਾ ਟੇਕੇਗਾ, ਸਫਲਾ ਹੁੰਦਾ ਹੈ। ਪੁੱਠੇ ਕਰਮ ਰਹਿ ਬਿਦ ਤਾਹੀ। ਮਹਾਰਾਜ ਕਹਿਣ ਲੱਗੇ ਜਿਹੜੇ ਪੁੱਠੇ ਕਰਮ ਹਨ, ਗੁਰੂ ਨੂੰ ਮੱਥਾ ਟੇਕ ਕੇ ਭਾਈ ਉਹ ਸਿੱਧੇ ਬਣਦੇ ਹਨ। ਗੁਰ ਮਹਿ ਸਿੱਖ ਭਾਵਨਾ ਧਰੈ। ਜਿਹੜਾ ਸਿੱਖ ਗੁਰੂ ਦੇ ਉੱਪਰ ਭਾਵਨਾ ਰੱਖਦਾ ਹੈ, ਜਿਹੜਾ ਸਿੱਖ ਗੁਰੂ ਦੇ ਉੱਪਰ ਸ਼ਰਧਾ ਰੱਖਦਾ ਹੈ, ਗੱਲ ਗੁਰਮੁਖੋ ਸ਼ਰਧਾ ਦੀ ਹੈ, ਗੱਲ ਤੇ ਭਰੋਸੇ ਦੀ ਹੈ। ਜੇ ਭਰੋਸਾ ਹੈ ਤੇ ਪ੍ਰਮਾਤਮਾ ਸਾਰਿਆਂ ਥਾਵਾਂ ਤੇ ਤੇਰੇ ਅੰਗ ਸੰਗ ਵੀ ਹੈ। ਜੇ ਤੈਨੂੰ ਭਰੋਸਾ ਹੀ ਨਹੀਂ ਤੇ ਫਿਰ ਤੂੰ ਭਾਵੇਂ ਮੰਦਰ ਮਸਜਿਦ ਵੀ ਚਲਾ ਜਾ, ਤੇਰੇ ਭਾਅ ਦਾ ਤੇ ਫਿਰ ਉੱਥੇ ਵੀ ਨਹੀਂ ਹੈ। ਗੱਲ ਭਰੋਸੇ ਦੀ ਹੈ, ਭਰੋਸੇ ਦੇ ਨਾਲ ਦਾਤ ਹੈ। ਸੁਤ ਬਿਤਾਦ ਸੁਖ ਪਾਵਨ ਕਰੈ। ਇਸ ਕਰਕੇ ਸੁਤ ਨਾਮ ਹੈ ਪੁੱਤਰ ਦਾ, ਤੇ ਬਿਤ ਆਦ ਤੋਂ ਭਾਵ ਹੁੰਦਾ ਧਨ ਪਦਾਰਥ। ਬਿਤ ਨਾਮ ਧਨ, ਤੇ ਆਦ ਧਨ ਤੋਂ ਅੱਗੇ ਚੀਜ਼ਾਂ, ਜਿਵੇਂ ਮੰਨ ਲਓ ਮੱਝਾਂ ਗਾਵਾਂ, ਘੋੜੇ, ਊਠ, ਅੱਜ ਆਪਾਂ ਕਹਿ ਲਈਏ ਗੱਡੀਆਂ ਮੋਟਰਾਂ, ਆਉਣ ਜਾਣ ਵਾਲੇ ਸਾਧਨ, ਰਹਿਣ ਵਾਲੇ ਘਰ-ਬਾਰ। ਕਹਿਣ ਲੱਗੇ ਗੁਰੂ ਦੇ ਕੋਲੋਂ ਮੰਗੀਏ ਤੇ ਕਿਹੜੀ ਵਸਤੂ ਹੈ ਜਿਹੜੀ ਮਿਲਦੀ ਨਹੀਂ ਹੈ। ਗੁਰੂ ਕਿਰਪਾ ਕਰ ਦੇਵੇ, ਬੀਬੀ ਸੁਲੱਖਣੀ ਵਰਗੇ ਨੂੰ 7 ਪੁੱਤਰਾਂ ਦੀ ਦਾਤ ਵੀ ਗੁਰੂ ਦੇ ਦਿੰਦਾ ਹੈ। ਤੇ ਗੁਰੂ ਕਿਰਪਾ ਕਰੇ ਤੇ ਕਹਿਣ ਲੱਗੇ ਬਿਤ ਨਾਮ ਧਨ ਦਾ, ਧਨ ਦੀ ਦਾਤ ਵੀ ਬਖਸ਼ਿਸ਼ ਕਰ ਦਿੰਦਾ ਹੈ। ਬਾਬਰ ਬਾਦਸ਼ਾਹ ਨੇ ਝੋਲੀ ਅੱਡੀ ਨਾ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ, ਮਹਾਰਾਜ ਕਿਰਪਾ ਕਰੋ, ਰਾਜ ਭਾਗ ਦੀ ਦਾਤ ਬਖਸ਼ਿਸ਼ ਕਰ ਦਿਓ, ਤੇ ਪ੍ਰਾਪਤ ਹੋਇਆ ਨਾ। ਇੱਕ ਮੁਸਲਮਾਨ ਨੂੰ ਸ਼ਰਧਾ ਹੈ ਵੀ ਇਹ ਗੁਰੂ ਨਾਨਕ ਦੇਵ ਮਹਾਰਾਜ ਮੇਰੀ ਫਰਿਆਦ ਪੂਰੀ ਕਰਨਗੇ। ਵੈਸੇ ਮੁਸਲਮਾਨ ਅੱਲਾ ਤੋਂ ਬਿਨਾਂ ਕਿਸੇ ਨੂੰ ਮੰਨਦਾ ਨਹੀਂ, ਬੜਾ ਕੱਟੜ ਮੰਨਿਆ ਜਾਂਦਾ, ਪਰ ਫਿਰ ਵੀ ਮੁਸਲਮਾਨ ਰਾਜਾ ਗੁਰੂ ਨਾਨਕ ਸਾਹਿਬ ਦੇ ਅੱਗੇ ਝੁਕਿਆ ਤੇ ਦਾਤ ਲੈ ਕੇ ਜਾਂਦਾ ਬਣਿਆ। ਸਿੱਖ ਹਰੇਕ ਜਗ੍ਹਾ 'ਤੇ ਮੱਥਾ ਟੇਕਦਾ, ਇਹਨੂੰ ਸਾਰੇ ਹੀ ਪ੍ਰਵਾਨ ਨੇ।
ਸਾਰਿਆਂ ਨੂੰ ਮੱਥਾ ਟੇਕਣ ਵਾਲਾ ਗੁਰੂ ਦੇ ਅੱਗੇ ਨਹੀਂ ਝੁਕਿਆ, ਗੁਰੂ ਉੱਪਰ ਸ਼ਰਧਾ ਨਹੀਂ ਆਈ ਹੈ, ਸਾਰਿਆਂ ਥਾਵਾਂ ਤੇ ਠੋਕਰਾਂ ਖਾਂਦਾ ਪਿਆ। ਮਹਾਰਾਜ ਨੇ ਆਖਿਆ ਰਾਜ ਕਰੇਗਾ ਖਾਲਸਾ। ਪਰ ਰਾਜ ਉਦੋਂ ਹੀ ਕਰੇਗਾ ਜਦੋਂ ਖਾਲਸਾ ਬਣੇਗਾ, ਜਿੰਨਾ ਚਿਰ ਬਣਦਾ ਨਹੀਂ ਉਹਨਾਂ ਚਿਰ ਤੇ ਉਹ ਕੁਝ ਹੀ ਚੱਲੇਗਾ। ਇਸ ਕਰਕੇ ਗੁਰੂ ਦੇ ਕੋਲੋਂ ਸਾਰੇ ਸੁੱਖ ਮਿਲਦੇ ਹਨ। ਕਾਜੀ ਸੁਨ ਮਨ ਭਇਓ ਆਨੰਦ। ਇਹ ਜਿਹੜਾ ਕਾਜੀ ਹੈ ਸੁਣ ਕੇ ਬਚਨ ਮਹਾਰਾਜ ਜੀਆਂ ਦੇ ਬੜਾ ਆਨੰਦ ਦੇ ਸਮੇਤ ਹੋਇਆ ਹੈ, ਬੜਾ ਖੁਸ਼ ਹੋਇਆ ਹੈ। ਠਾਂਡਾ ਭਇਓ ਹਾਥ ਦੋਇ ਬੰਦ। ਤੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਤੇ ਫਿਰ ਉਸ ਵੇਲੇ ਖੜਾ ਹੋ ਗਿਆ, ਕਹਿਣ ਲੱਗਾ ਮਹਾਰਾਜ ਵਾਕਿਆ ਹੀ ਮੈਂ ਇਹ ਬਚਨ ਤੁਹਾਡੇ ਕੋਲੋਂ ਸੁਣਿਆ ਹੈ ਤੇ ਮੇਰੇ ਮਨ ਨੂੰ ਬੜਾ ਆਨੰਦ ਆਇਆ ਹੈ। ਵਾਕਿਆ ਹੀ ਇਹ ਗੱਲ ਠੀਕ ਹੈ, ਜਿਹੜਾ ਗੁਰੂ ਪਰਮੇਸ਼ਰ ਦੇ ਅੱਗੇ ਝੁਕਦਾ ਉਹਦੇ ਅੱਗੇ ਦੁਨੀਆ ਝੁਕ ਜਾਂਦੀ ਹੈ, ਐਸੀ ਦਾਤ ਮਿਲਦੀ ਹੈ। ਝੁਕ ਝੁਕ ਕਰੈ ਸਲਾਮ ਆਗਾਰੀ। ਇਹ ਜਿਹੜਾ ਕਾਜੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀਆਂ ਦੇ ਅੱਗੇ ਝੁਕ ਝੁਕ ਕੇ ਨਮਸਕਾਰ ਕਰਦਾ ਹੈ, ਨਮਸਕਾਰ ਕਰਦਾ ਹੈ, ਨਮਸਕਾਰ ਕਰਦਾ ਹੈ। ਗੁਰ ਤਾਰੀਫ ਬੁਲੰਦ ਉਚਾਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਇਸ ਨੇ ਬਹੁਤ ਤਾਰੀਫ ਕੀਤੀ ਹੈ। ਕਾਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬੜੀ ਤਾਰੀਫ ਆਪਣੇ ਮੁਖ ਤੋਂ ਬੋਲ ਕੇ ਕਹਿ ਕੇ ਪ੍ਰਸ਼ੰਸਾ ਕੀਤੀ, ਵਡਿਆਈ ਕੀਤੀ। ਮਹਾਰਾਜ ਆਪ ਜੀ ਜੋ ਬਚਨ ਕੀਤੇ ਉਹ ਬਿਲਕੁਲ ਅਟਲ ਖਰੇ ਤੇ ਸੱਚੇ ਨੇ। ਆਪ ਜੀ ਨੇ ਮੇਰਾ ਸ਼ੰਕਾ ਦੂਰ ਕੀਤਾ ਹੈ, ਭਰਮ ਦੂਰ ਕੀਤਾ ਹੈ। ਕਾਜੀ ਇਸ ਤਰ੍ਹਾਂ ਮਹਾਰਾਜ ਦੇ ਅੱਗੇ ਬਚਨ ਕਰਦਾ ਹੈ। ਪ੍ਰਭ ਜੀ ਸੰਸੇ ਭਇਓ ਵਿਨਾਸ਼। ਕਹਿਣ ਲੱਗਾ ਸਤਿਗੁਰੂ ਜੀ ਮੇਰਾ ਸ਼ੰਕਾ ਨਾਸ਼ ਹੋ ਗਿਆ, ਮੇਰਾ ਭਰਮ ਜਿਹੜਾ ਸੀ ਨਾ ਮੇਰੇ ਮਨ ਵਿੱਚ ਵੀ ਰੱਬ ਦੇ ਅੱਗੇ ਖੁਦਾ ਦੇ ਅੱਗੇ ਕਿਉਂ ਅਰਦਾਸ ਕਰਨੀ ਹੈ, ਕਿਉਂ ਬੇਨਤੀ ਕਰਨੀ ਹੈ, ਕਿਉਂ ਮੱਥਾ ਟੇਕਣਾ ਹੈ, ਉਹ ਸ਼ੰਕਾ ਮੇਰੇ ਮਨ ਦਾ ਨਾਸ ਹੋ ਗਿਆ। ਸ਼ੰਕਾ ਰਹਿ ਨਹੀਂ ਗਿਆ, ਭਰਮ ਰਹਿ ਨਹੀਂ ਗਿਆ। ਤੇ ਗੁਰਮੁਖੋ ਕੱਲਾ ਇਹ ਸਲਾਰਦੀਨ ਕਾਜੀ ਦਾ ਸ਼ੰਕਾ ਨਾਸ ਨਹੀਂ ਹੋਇਆ, ਸਾਡੇ ਮਨਾਂ ਵਿੱਚ ਵੀ ਹੋ ਸਕਦਾ ਹੈ ਕਿਸੇ ਵੇਲੇ ਐਸਾ ਸਵਾਲ ਆ ਜਾਂਦਾ ਹੋਵੇ ਵੀ ਮੱਥਾ ਸਵੇਰੇ ਵੀ ਟੇਕਿਆ ਹੈ ਤੇ ਹੁਣ ਸ਼ਾਮ ਨੂੰ ਕਿਉਂ ਟੇਕਣਾ ਹੈ, ਜੇ ਸ਼ਾਮ ਨੂੰ ਟੇਕਿਆ ਤੇ ਇੱਕ ਵਾਰੀ ਟੇਕ ਲਿਆ, ਹੁਣ ਦੂਜੀ ਵਾਰੀ ਕਿਉਂ ਟੇਕਣਾ। ਸਾਡੇ ਮਨ ਵਿੱਚ ਵੀ ਇਹ ਸਵਾਲ ਆ ਜਾਂਦਾ, ਇਹ ਵੀ ਵਿਚਾਰ ਆ ਜਾਂਦੀ ਹੈ ਵੀ ਅਰਦਾਸ ਕਿਉਂ ਕਰਨੀ ਹੈ, ਅਰਦਾਸ ਕਿਉਂ ਕਰਵਾਉਣੀ ਹੈ। ਗੁਰੂ ਤੇ ਸਭ ਕੁਝ ਜਾਣਦਾ ਹੈ, ਪਰ ਮਹਾਰਾਜ ਕਹਿਣ ਲੱਗੇ ਭਾਈ ਅਰਦਾਸ ਕਰਨੀ ਇਹ ਸਿੱਖ ਦੀ ਬੇਨਤੀ ਹੈ, ਬੇਨਤੀ ਕਰਨੀ ਤੇਰਾ ਫਰਜ਼ ਹੈ। ਮੱਥਾ ਟੇਕਣਾ ਗੁਰੂ ਦਾ ਉਪਦੇਸ਼ ਹੈ, ਇਹਦੇ ਨਾਲ ਭਾਗ ਲੱਗ ਜਾਂਦਾ ਹੈ। ਸਤਿਗੁਰਾਂ ਨੂੰ ਕਹਿੰਦਾ ਪਿਆ ਸਲਾਰਦੀਨ ਕਾਜੀ, ਕਹਿੰਦਾ ਮਹਾਰਾਜ ਮੇਰੇ ਸਾਰੇ ਸੰਸੇ ਨਾਸ ਹੋ ਗਏ ਹਨ। ਵਾਹ ਵਾਹ ਬੜ ਬੁੱਧ ਪ੍ਰਕਾਸ਼। ਸਤਿਗੁਰੂ ਪਾਤਸ਼ਾਹ ਜੀ ਵਾਹ ਵਾਹ, ਆਪ ਜੀ ਧੰਨ ਹੋ, ਆਪ ਜੀ ਧੰਨ ਹੋ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਤਿਗੁਰੂ ਆਪ ਜੀ ਵਾਹ ਹੋ, ਧੰਨ ਹੋ, ਧੰਨ ਹੋ ਜਿਨ੍ਹਾਂ ਨੇ ਐਸੀ ਵੱਡੀ ਬੁੱਧ ਮੇਰੇ ਅੰਦਰ ਪ੍ਰਕਾਸ਼ ਕਰ ਦਿੱਤੀ ਹੈ। ਬਚਨ ਐਨ ਖੁਦਾਏ ਅਵਲ ਗੁਰ ਆਮਦ ਹੈ, ਕਦਮ ਮਿਸਰਤ ਬੰਦਾ ਜਹਾਨ ਪਾਰ ਕਰਮ ਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨ ਜਿਹੜੇ ਨੇ ਗੁਰਮੁਖੋ ਇਹ 100 ਸਾਖੀ ਵਿੱਚ ਵੀ ਲਿਖੇ ਨੇ। ਉਥੇ ਬਚਨ ਨੇ ਲਿਖਿਆ ਵੀ ਕਾਜੀ ਨੇ ਸਲਾਮ ਕੀਤੀ, ਆਖਿਆ ਸੱਚੇ ਪਾਤਸ਼ਾਹ ਮੇਰਾ ਸੰਸਾ ਦੂਰ ਹੋ ਗਿਆ ਹੈ। ਤੇ ਕਾਜੀ ਬੋਲਿਆ ਸਤਿਗੁਰੂ ਜੀ ਵਾਹੇ ਵਾਹੇ, ਆਪ ਜੀ ਧੰਨ ਹੋ, ਆਪ ਜੀ ਧੰਨ ਹੋ ਜਿਨ੍ਹਾਂ ਨੇ ਐਸੀ ਬਖਸ਼ਿਸ਼ ਕੀਤੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਇਸ ਨੇ ਆਖਿਆ ਸਤਿਗੁਰੂ ਆਪ ਜੀ ਖੁਦਾ ਦਾ ਹੀ ਰੂਪ ਹੋ। ਮੇਰੇ ਵੱਡੇ ਭਾਗ ਨੇ ਜੋ ਮੇਰੀ ਨਜ਼ਰ ਆਪ ਜੀ ਤੇ ਪਈ ਹੈ, ਮੇਰੇ ਵੱਡੇ ਭਾਗ ਨੇ ਜੋ ਆਪ ਜੀ ਦੀ ਨਜ਼ਰ ਮੇਰੇ ਤੇ ਪਈ ਹੈ, ਮੇਰੇ ਤੇ ਆਪ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਇਹ ਜਿਹੜਾ ਕਾਜੀ ਹੈ ਇਹ ਮਹਾਰਾਜ ਸਾਹਿਬ ਜੀਆਂ ਦੇ ਅੱਗੇ ਨਮਸਕਾਰਾਂ ਕਰਦਾ ਹੈ। ਆਪ ਜੀ ਦੇ ਜਿਹੜੇ ਚਰਨ ਨੇ ਉਹ ਦਾਸਾਂ ਨੂੰ ਵਡਿਆਈ ਦੇਣ ਵਾਲੇ ਨੇ, ਆਪ ਜੀ ਦੇ ਜਿਹੜੇ ਚਰਨ ਨੇ ਉਹ ਜਹਾਨ ਤੋਂ ਪਾਰ ਕਰਨ ਵਾਲੇ ਨੇ। ਇਸ ਤਰ੍ਹਾਂ ਇਹ ਜਿਹੜਾ ਕਾਜੀ ਹੈ ਇਹ ਵਾਰ-ਵਾਰ ਸਤਿਗੁਰਾਂ ਦੇ ਚਰਨਾਂ ਤੇ ਬੇਨਤੀ ਕਰਦਾ ਹੈ। ਚੌਪਈ ਹੱਥ ਸੰਸੈ ਸੋ ਤਸੱਲੀ ਹੋਣ। ਕਹਿਣ ਲੱਗੇ ਵੀ ਇਸ ਤਰ੍ਹਾਂ ਕਾਜੀ ਕਹਿਣ ਲੱਗਾ ਵੀ ਮਹਾਰਾਜ ਆਪ ਜੀ ਸੰਸੇ ਤੇ ਦੂਰ ਕਰਦੇ ਹੋ, ਪਰ ਆਪ ਜੀ ਮੇਰੇ ਉੱਪਰ ਇੱਕ ਕਿਰਪਾ ਕਰੋ। ਮੈਂ ਬੜੀ ਆਸ ਲੈ ਕੇ ਬੜੀ ਭਾਵਨਾ ਦੇ ਨਾਲ ਤੁਹਾਡੇ ਕੋਲ ਆਇਆ, ਸਤਿਗੁਰੂ ਮੇਰੀ ਵੀ ਇੱਕ ਆਸ ਪੂਰੀ ਕਰੋ। ਇਹ ਕਾਜੀ ਕਿਹੜੀ ਬੇਨਤੀ ਕਰਦਾ ਹੈ, ਸਤਿਗੁਰੂ ਅੱਗੋਂ ਕੀ ਬਖਸ਼ਿਸ਼ਾਂ ਕਰਦੇ, ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨਾ ਛੂਟੀਆ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਧ ਨ ਜਾਣਾ।